सत श्री अकाल दोस्तों। सत श्री अकाल दोस्तों, ਤੁਹਾਡਾ ਸਭ ਦਾ ਸਵਾਗਤ ਹੈ ਧਿਆਨ ਪੰਜਾਬ ਦੇ ਇਸ ਮੰਚ ਤੇ। ਅੱਜ ਤੀਸਰੇ ਦਿਨ ਜੀਵਨ ਵਿੱਚ ਭਰਪੂਰਤਾ ਲਿਆਓ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਆਓ ਅਸੀਂ ਸਾਰੇ ਰਲ ਕੇ ਹਰਲੀਨ ਜੀ ਦਾ ਸਵਾਗਤ ਕਰੀਏ। ਹਰਲੀਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਥਰਡ ਡੇ ਉੱਤੇ ਅਬੰਡੈਂਸ ਮਾਈਂਡਸੈਟ ਤੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਲਾਈਵ ਨਹੀਂ ਹੋ ਪਾ ਰਿਹਾ, ਲੇਕਿਨ ਰਿਕਾਰਡਿੰਗ ਸਟਾਰਟ ਕਰਤੀ ਬਾਅਦ ਚ ਅਪਲੋਡ ਕਰ ਦਾਂਗੇ। ਓਕੇ, ਠੀਕ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤਾਂ ਅਸੀਂ ਧਿਆਨ ਸਤਰ ਸ਼ੁਰੂ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ 3 ਲੌਕਸ ਲਗਾਣੇ ਹੈ। ਅੱਖਾਂ ਨੂੰ ਬੰਦ ਕਰਨਾ ਹੈ, ਹੱਥਾਂ ਨੂੰ ਕ੍ਰਾਸ ਕਰਨਾ ਹੈ ਤੇ ਪੈਰਾਂ ਨੂੰ ਕ੍ਰਾਸ ਕਰਨਾ ਹੈ। ਅੱਖਾਂ 'ਚੋਂ ਸਾਡੀ 80% ਊਰਜਾ ਵੇਸਟ ਹੁੰਦੀ ਹੈ, ਹੱਥਾਂ 'ਚੋਂ 10 ਤੇ ਪੈਰਾਂ 'ਚੋਂ 10। ਜਿਨ੍ਹਾਂ ਨੇ ਵੀ ਗਲਾਸਿਸ ਜਾਂ ਸਪੈਕਸ ਪਾਏ ਹੈ ਉਹਨਾਂ ਨੂੰ ਉਤਾਰ ਕੇ ਸਾਈਡ ਤੇ ਰੱਖ ਦਿਓ ਤੇ ਆਪਣੇ ਆਰਾਮ ਦੇ ਪੋਸਚਰ 'ਚ ਬੈਠ ਜਾਓ। ਅੱਖਾਂ ਬੰਦ, ਹੱਥਾਂ 'ਚ ਹੱਥ, ਪੈਰਾਂ ਨੂੰ ਕ੍ਰਾਸ ਕਰ ਲਓ ਤੇ ਆਪਣੇ ਸਾਹਾਂ ਨਾਲ ਜੁੜ ਜਾਓ। ਹਰ ਆਂਦੇ ਜਾਂਦੇ ਸਾਹ ਨੂੰ ਵੇਖਦੇ ਜਾਓ। ਇੱਕ ਗਹਿਰਾ ਲੰਬਾ ਸਵਾਸ ਲਓ ਤੇ ਸ਼ਾਂਤ ਹੁੰਦੇ ਜਾਓ। ਤੁਹਾਡੇ ਸਰੀਰ 'ਚ ਜਿਹੜੀ ਵੀ ਕੋਈ ਟੈਨਸ਼ਨ ਹੈ, ਸਟ੍ਰੈਸ ਹੈ, ਉਹਨੂੰ ਹਰ ਇੱਕ ਜਾਂਦੇ ਹੋਏ ਸਾਹ ਦੇ ਨਾਲ ਆਪਣੇ ਸਰੀਰ 'ਚੋਂ ਬਾਹਰ ਜਾਂਦੇ ਹੋਏ ਦੇਖੋ ਤੇ ਰਿਲੈਕਸ ਹੁੰਦੇ ਜਾਓ। ਹੌਲੀ ਹੌਲੀ ਹਰ ਇੱਕ ਸਾਹ ਦੇ ਨਾਲ ਜੁੜਦੇ ਜਾਓ। ਅੱਜ ਅਸੀਂ ਸਾਹਾਂ ਨਾਲ ਜੁੜ ਕੇ ਆਪਣੇ ਅੰਦਰ ਦੀ ਯਾਤਰਾ ਕਰਾਂਗੇ। ਆਪਣੇ ਪਰਮ ਪਿਤਾ ਪਰਮਾਤਮਾ ਨੂੰ ਮਿਲਾਂਗੇ। ਸਾਡੇ ਹਰ ਇੱਕ ਪ੍ਰਸ਼ਨ ਦਾ ਜਵਾਬ ਸਾਡੇ ਅੰਦਰ ਹੀ ਹੈ। ਸਾਨੂੰ ਬਾਹਰ ਜਵਾਬ ਲੱਭਣ ਦੀ ਲੋੜ ਨਹੀਂ ਹੈ। ਸਾਹਾਂ ਨਾਲ ਜੁੜ ਕੇ ਗਹਿਰਾਈ 'ਚ ਉਤਰਦੇ ਜਾਓ। ਆਪਣੇ ਅੰਦਰ ਦੀ ਖੂਬਸੂਰਤ ਦੁਨੀਆ ਨੂੰ ਮਹਿਸੂਸ ਕਰੋ।
ਧਿਆਨ 'ਚ ਗਹਿਰੇ ਉਤਰਦੇ ਜਾਓ। ਵਿਚਾਰਾਂ ਪਿੱਛੇ ਨਾ ਭੱਜੋ। ਜੇ ਕੋਈ ਵਿਚਾਰ ਆ ਰਿਹਾ ਹੈ ਤਾਂ ਉਹਨੂੰ ਕੱਟ ਕਰਕੇ ਆਪਣੇ ਸਵਾਸਾਂ ਨਾਲ ਜੁੜ ਜਾਓ। ਨਾ ਕੋਈ ਸੋਚ, ਨਾ ਕੋਈ ਵਿਚਾਰ। ਧਿਆਨ ਸਿਰਫ ਤੇ ਸਿਰਫ ਸਵਾਸਾਂ ਤੇ। ਹੌਲੀ ਹੌਲੀ ਮਹਿਸੂਸ ਕਰੋ, ਤੁਹਾਡੀ ਚੇਤਨਾ ਡੂੰਘੇ ਧਿਆਨ ਵਿੱਚ ਜਾ ਰਹੀ ਹੈ। ਵਿਸ਼ਵ ਚੇਤਨਾ, ਪਰਮਾਤਮਾ ਦਾ ਪ੍ਰਕਾਸ਼ ਤੁਹਾਡੇ ਰੋਮ ਰੋਮ ਵਿੱਚ ਸਮਾ ਰਿਹਾ ਹੈ। ਇਹ ਪਰਮ ਪਿਤਾ ਪਰਮਾਤਮਾ ਦਾ ਪ੍ਰਕਾਸ਼ ਤੁਹਾਡੀ ਸਾਰੀ ओर ਫੈਲਦਾ ਜਾ ਰਿਹਾ ਹੈ। ਤੁਸੀਂ ਬਹੁਤ ਸ਼ਾਂਤ ਤੇ ਪੀਸਫੁਲ ਮਹਿਸੂਸ ਕਰ ਰਹੇ ਹੋ। ਹੌਲੀ ਹੌਲੀ ਆਪਣੇ ਆਪ ਨੂੰ ਪਰਮ ਪਿਤਾ ਪਰਮਾਤਮਾ ਨਾਲ ਇੱਕ ਹੁੰਦੇ ਮਹਿਸੂਸ ਕਰੋ।
ਤੁਸੀਂ ਉਸ ਗਹਿਰਾਈ 'ਚ ਪਹੁੰਚ ਗਏ ਹੋ ਜਿੱਥੇ ਸਭ ਕੁਝ ਸ਼ਾਂਤ ਹੈ, ਸ਼ੂन्य ਹੈ। ਜਿੱਥੇ ਸਭ ਕੁਝ ਹੈ ਤੇ ਕੁਝ ਵੀ ਨਹੀਂ ਹੈ। ਆਪਣੇ ਸਾਵਾਂ ਦਾ ਧੰਨਵਾਦ ਕਰੋ ਜਿਹੜਾ ਸਾਨੂੰ ਆਪਣੇ ਆਪ ਨਾਲ ਮਿਲਾਉਂਦੇ ਹਨ। ਸਾਨੂੰ ਪਿਤਾ ਪਰਮਾਤਮਾ ਨਾਲ ਮਿਲਾਉਂਦੇ ਹਨ। ਧੰਨਵਾਦ ਇਸ ਬ੍ਰਹਿਮੰਡ ਦਾ ਜਿਨਨੇ ਸਾਨੂੰ ਇੰਨੀ ਅਬੰਡੈਂਸ ਦਿੱਤੀ ਹੈ।
ਸਾਨੂੰ ਇੰਨਾ ਪਾਵਰਫੁਲ ਬਣਾਇਆ ਹੈ। ਧੰਨਵਾਦ ਸਾਰੇ ਮਾਸਟਰਸ ਦਾ ਜੋ ਸਾਨੂੰ ਗਾਈਡ ਕਰਦੇ ਹਨ, ਸਾਨੂੰ ਸੱਚੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਧੰਨਵਾਦ ਅੱਜ ਦੇ ਦਿਨ ਦਾ ਜੋ ਸਾਡੀ ਜ਼ਿੰਦਗੀ 'ਚ ਇੱਕ ਨਵਾਂ ਸਵੇਰਾ ਲੈ ਕੇ ਆਇਆ ਹੈ। ਧੰਨਵਾਦ ਸਾਰੇ ਫੈਮਿਲੀ ਮੈਂਬਰਸ ਦਾ ਸਾਡੀ ਜ਼ਿੰਦਗੀ 'ਚ ਆਉਣ ਲਈ, ਸਾਡੀ ਜ਼ਿੰਦਗੀ 'ਚ ਭਰਪੂਰਤਾ ਲਿਆਉਣ ਲਈ। ਧੰਨਵਾਦ ਉਹ ਸਾਰਿਆਂ ਲੋਕਾਂ ਦਾ ਜੋ ਸਾਡੀ ਜ਼ਿੰਦਗੀ 'ਚ ਇੱਕ ਨੈਗੇਟਿਵ ਰੋਲ ਪਲੇ ਕਰਦੇ ਨੇ, ਸਾਨੂੰ ਸਟਰੋਂਗ ਬਣਾਉਣ ਲਈ। ਧੰਨਵਾਦ ਉਸ ਖਾਣੇ ਦਾ ਤੇ ਪਾਣੀ ਦਾ ਜਿਹੜਾ ਸਾਡੀ ਬਾਡੀ ਨੂੰ ਨਰਿਸ਼ ਕਰਦਾ ਹੈ।
ਧੰਨਵਾਦ ਇਸ ਘਰ ਦਾ ਜਿੱਥੇ ਅਸੀਂ ਆਰਾਮ ਨਾਲ ਤੇ ਰਿਲੈਕਸ ਹੋ ਕੇ ਰਹਿੰਦੇ ਹਾਂ। ਧੰਨਵਾਦ ਇਸ ਜਗ੍ਹਾ ਦਾ ਜਿੱਥੇ ਅਸੀਂ ਬੈਠ ਕੇ ਧਿਆਨ ਕਰ ਰਹੇ ਹਾਂ। ਆਪਣੇ ਪਰਮ ਪਿਤਾ ਪਰਮਾਤਮਾ ਦੀ ਚੇਤਨਾ ਨਾਲ ਇੱਕ ਹੋ ਰਹੇ ਹਾਂ।
आखिरी 5 मिनट। ਧੰਨਵਾਦ ਇਸ ਕੁਦਰਤ ਦਾ ਜੋ ਹਮੇਸ਼ਾ ਸਾਨੂੰ ਪਰਮਾਤਮਾ ਦੇ ਹੋਣ ਦਾ ਅਹਿਸਾਸ ਕਰਾਉਂਦੀ ਹੈ, ਸਾਨੂੰ ਭਰਪੂਰਤਾ ਦਾ ਅਹਿਸਾਸ ਕਰਾਉਂਦੀ ਹੈ। ਧੰਨਵਾਦ, ਧੰਨਵਾਦ, ਧੰਨਵਾਦ। आखिरी 2 मिनट। हौली हौली अपनी चेतना वापस आंदे जाओ।
अपने आस-पास की जगह ਨੂੰ महसूस करो। पैरां ਨੂੰ ਹਿਲਾਓ, ਹੱਥਾਂ ਨੂੰ ਹਿਲਾਓ। ਤੇ ਹੌਲੀ-ਹੌਲੀ ਆਪਣੇ ਹੱਥਾਂ ਨੂੰ ਆਪਣੀ ਅੱਖਾਂ ਦੇ ਉੱਪਰ 5 ਸੈਕਿੰਡ ਲਈ ਰੱਖੋ। ਪੰਜ, 4, 3, 2, 1, 0। ਜਦੋਂ ਸਹਿਜ ਲੱਗੇ ਧੀਰੇ ਧੀਰੇ ਆਪਣੀ ਅੱਖਾਂ ਆਪਣੇ ਹੱਥਾਂ 'ਚ ਖੋਲੋ। ਤੇ ਇਸ ਸ਼ਾਨਦਾਰ ਧਿਆਨ ਲਈ ਆਪਣੇ ਆਪ ਲਈ ਕਲੈਪਿੰਗ ਕਰੋ। और जे तुहाडे कोल थोड़ा जिहा पानी पिया है तो पानी जरूर पी लो। हाँ जी कैलाश आंटी। कैलाश आंटी अपने आप को अनम्यूट करो। सत श्री अकाल आंटी। सत श्री अकाल बेटा, सत श्री अकाल। सत श्री अकाल ही करना था, बाकी तो बहुत अच्छा ही है। यही सत श्री अकाल। थैंक यू। सुबह सुबह अच्छी बाणी सुना देते हो, ध्यान लगा देते हो। थैंक यू आंटी। थैंक यू। जे सारे सैटल हो गए ते ਅਸੀਂ ਅੱਜ ਦਾ ਆਪਣਾ ਟੌਪਿਕ ਸ਼ੁਰੂ ਕਰਦੇ ਹਾਂ। ਸਾਡਾ ਟੌਪਿਕ ਜਿਹੜਾ 3 ਦਿਨਾਂ ਤੋਂ ਚੱਲ ਰਿਹਾ ਹੈ ਉਹ ਹੈ abundance mindset। abundance ਕੀ ਹੈ? abundance is the flow of creative divine energy। ਦੋ ਟਾਈਪ ਦੀ ਚੇਤਨਾ ਹੈਗੀਆਂ, ਬੇਅੰਤ ਚੇਤਨਾ ਤੇ ਘਾਟ ਦੀ ਚੇਤਨਾ। ਜਦੋਂ ਵੀ ਅਸੀਂ ਕੁਝ ਵੀ ਮੈਨੀਫੈਸਟ ਕਰਨਾ ਹੈ ਜਾਂ ਕੁਝ ਵੀ ਸੋਚਣਾ ਹੈ, ਅਸੀਂ ਹਮੇਸ਼ਾ ਬੇਅੰਤ ਚੇਤਨਾ ਤੋਂ ਸੋਚਣਾ ਹੈ। ਪ੍ਰਿੰਸੀਪਲਸ ਆਫ ਅਬੰਡੈਂਸ ਅਨਲਿਮਿਟਿਡ, ਹਰ ਚੀਜ਼ ਬੇਅੰਤ ਹੈ, ਹਰ ਚੀਜ਼ ਦਾ ਫਲੋ ਹੋਣਾ ਜ਼ਰੂਰੀ ਹੈ। ਇੰਟੈਂਸ਼ਨ ਹਮੇਸ਼ਾ ਆਪਣੀ ਇੰਟੈਂਸ਼ਨ ਬੇਅੰਤ ਚੇਤਨਾ 'ਚ ਰੱਖਣੀ ਹੈ। ਚੀਜ਼ਾਂ ਨੂੰ ਕਲੀਅਰ ਕਰਕੇ ਨਵੀਂ એનર્ਜੀ ਪਾਣੀ ਹੈ ਤੇ ਫੋਕਸ ਬੇਅੰਤ ਚੇਤਨਾ ਤੇ ਰੱਖਣਾ ਹੈ। ਮਾਈਂਡ ਪਾਵਰ, ਸਾਡੇ ਦੋ ਤਰੀਕੇ ਦੇ ਮਾਈਂਡ ਹੈ, ਅਵਚੇਤਨ ਮਨ ਤੇ ਚੇਤਨ ਮਨ। ਅਵਚੇਤਨ ਮਨ ਜਿਹੜਾ ਹੈ ਜਿਹੜਾ 95% ਐਕਟ ਕਰਦਾ ਹੈ ਔਰ ਚੇਤਨ ਮਨ ਜਿਹੜਾ ਜਾਗਰਤ ਮਨ ਹੈ ਉਹ 5% ਐਕਟ ਕਰਦਾ ਹੈ। ਸੇਮ ਮਿਸਬਿਹੇਵੀਅਰ ਜਿਹੜੇ ਅਸੀਂ ਕਰਦੇ ਹਾਂ ਰੱਬ ਨੂੰ ਪਾਵਰ ਦੇ ਕੇ, ਆਪਣੀ ਪਾਵਰ ਦੇ ਕੇ ਕਿ ਬੈਗ ਕਰਨਾ, ਫਿਰ ਬਾਰਗੇਨ ਕਰਨਾ ਤੇ ਥ੍ਰੈਟਨ ਕਰਨਾ। ਤੇ 4 ਟਾਈਪਸ ਦੀ ਥਿੰਕਿੰਗਸ ਹੈਗੀਆਂ, ਡਿਜ਼ਾਸਟਰਸ, ਨੈਗੇਟਿਵ, ਪੋਜ਼ਿਟਿਵ ਤੇ ਮਿਰਾਕਲਸ। ਔਰ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਐਟੀਟਿਊਡ ਆਫ ਗ੍ਰੈਟੀਟਿਊਡ। ਜੇ ਤੁਸੀਂ ਮੇਰੇ ਤੋਂ ਪੁੱਛੋ ਜਿਹੜਾ ਅੱਜ ਦਾ ਟੌਪਿਕ ਹੈ, ਆਈ ਥਿੰਕ ਮੈਂ ਕਹਿ ਸਕਦੀ ਹਾਂ ਇਹ ਵਨ ਆਫ ਦਾ ਸਭ ਤੋਂ ਇੰਪੋਰਟੈਂਟ ਟੌਪਿਕ ਹੈ। ਐਫਰਮੇਸ਼ਨਸ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ, ਪਰ ਜੇ ਅਸੀਂ ਗ੍ਰੈਟੀਟਿਊਡ ਕਰਨਾ ਨਹੀਂ ਸਿੱਖਿਆ, ਜੇ ਅਸੀਂ ਸ਼ੁਕਰਾਨਾ ਦਾ ਭਾਵ 'ਚ ਨਹੀਂ ਆਏ ਤਾਂ ਅਸੀਂ ਬੈਕ ਟੂ ਜ਼ੀਰੋ ਹਾਂ। ਸੋ ਐਟੀਟਿਊਡ ਆਫ ਗ੍ਰੈਟੀਟਿਊਡ ਕੀ ਹੈ? ਉਹ ਹੈ ਸ਼ੁਕਰਾਨੇ ਦੇ ਭਾਵ 'ਚ ਰਹਿਣਾ। मतलब हमेशा उस फीलिंग च रहना है कि मेरे नाल कुछ अच्छा हो रहा है। असी की करते हैं, साडे नाल बुरा हो रहा है, ते हमेशा उस भाव च रहना है कि मेरे नाल कुछ अच्छा हो रहा है। हुण जेड़े साडे पीर पैगंबर स्कॉलर्स होए है, संत होए, ओ की कहंदे हैं इस बारे? ओ कहंदे हैं शुकराना इन्ना पावरफुल हैगा कि जे तुसी शुकराने दे
ਭਾਵ ਚ ਰਹਿੰਦੇ ਹੋ ਤਾਂ ਤੁਸੀਂ ਰੱਬ ਨਾਲ ਰਹਿੰਦੇ ਹੋ, ਤੁਸੀਂ ਉਸ ਪਰਮਾਤਮਾ ਦੇ ਨਾਲ ਰਹਿੰਦੇ ਹੋ। ਕਹਿੰਦੇ ਜਿਹੜੀ ਸਭ ਤੋਂ ਸੱਚੀ ਤੇ ਸੱਚੀ ਅਰਦਾਸ ਹੈ, ਸਭ ਤੋਂ ਉਹ ਹੈ ਅਰਦਾਸ ਹੈ ਸ਼ੁਕਰਾਨੇ ਦੀ। ਸਭ ਤੋਂ ਸੱਚੀ ਅਰਦਾਸ ਸ਼ੁਕਰਾਨੇ ਦੀ ਹੈ। ਤੇ ਸਭ ਤੋਂ ਮੈਲੀ ਤੇ ਨੀਚੀ ਅਰਦਾਸ ਕਿਹੜੀ ਹੈ? ਜਦੋਂ ਅਸੀਂ ਆਪਣੀ ਕੰਪਲੇਨ ਕਰਦੇ ਹਾਂ ਜਾਂ ਚੀਜ਼ਾਂ ਮੰਗਦੇ ਕਿ ਮੈਨੂੰ ਲਾਈਫ 'ਚ ਇਹ ਪ੍ਰੋਬਲਮ, ਬਿਕੋਜ਼ ਅਸੀਂ ਮੋਸਟਲੀ ਅਰਦਾਸ 'ਚ ਕੀ ਕਰਦੇ, ਅਸੀਂ ਆਪਣੀ ਕੰਪਲੇਨਸ ਹੀ ਦੱਸਦੇ ਹਾਂ ਰੱਬ ਨੂੰ, ਬਾਬਾ ਜੀ ਮੇਰੇ ਨਾਲ ਇਹ ਹੋ ਗਿਆ, ਮੇਰੇ ਨਾਲ ਉਹ ਹੋ ਗਿਆ। ਸੋ ਜਿਹੜੀ ਸੱਚੀ ਅਰਦਾਸ ਹੈ ਉਹ ਹੈ ਸਿਰਫ ਸ਼ੁਕਰਾਨੇ ਦੀ, ਕਿ ਤੁਸੀਂ ਮੈਨੂੰ ਜੋ ਵੀ ਦਿੱਤਾ ਹੈ, ਬੇਅੰਤ ਦਿੱਤਾ ਹੈ, ਮੈਂ ਉਸ ਚੀਜ਼ ਤੋਂ ਖੁਸ਼ ਹਾਂ, ਉਹ ਸਭ ਤੋਂ ਸੱਚੀ ਅਰਦਾਸ ਹੈ। ਉਹ ਇਹ ਵੀ ਕਹਿੰਦੇ ਕਿ ਜਿਹੜਾ ਸ਼ੁਕਰਾਨੇ ਦੇ ਭਾਵ 'ਚ ਰਹਿੰਦਾ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ, ਔਰ ਜਿਹੜਾ ਕੰਪਲੇਨ ਮੂਡ 'ਚ ਰਹਿੰਦਾ ਹੈ ਉਹਨੂੰ ਫਿਰ ਰੱਬ ਵੀ ਖੁਸ਼ ਨਹੀਂ ਕਰ ਸਕਦਾ। ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਆ। ਇੱਕ ਬਹੁਤ ਤੁਸੀਂ ਪੜ੍ਹੀ ਹੋਣੀ ਹੈ ਸਟੋਰੀ, ਟਰੂ ਸਟੋਰੀ ਹੈ, ਲੈਟਰ ਟੂ ਗੋਡ। ਇਹ ਅਮਰੀਕਾ 'ਚ ਬੜੀ ਫੇਮਸ ਹੋਈ ਸੀ, ਆਈ ਥਿੰਕ ਇੰਡੀਆ 'ਚ ਤਾਂ ਮੈਨੂੰ ਹੈ ਲੈਟਰ ਟੂ ਗੋਡ। ਔਰ ਲੈਟਰ ਟੂ ਗੋਡ ਕੀ ਹੈ? ਇੱਥੇ ਸਭ ਨੂੰ ਪਤਾ ਹੈ ਕ੍ਰਿਸਮਸ ਬੜੀ ਇੰਪੋਰਟੈਂਟ ਹੁੰਦੀ ਹੈ। ਸੋ ਇੱਕ ਬੰਦਾ ਹੁੰਦਾ, ਬਹੁਤ ਗਰੀਬ ਹੁੰਦਾ ਹੈ, ਤੇ ਉਹ ਇੱਥੇ ਸਭ ਦਾ ਇੱਥੇ ਤੁਹਾਨੂੰ ਸਭ ਲਿਖਦੇ ਆ ਕ੍ਰਿਸਮਸ ਤੇ ਗੋਡ ਨੂੰ ਲੈਟਰਸ ਲਿਖਦੇ, ਸੈਂਟਾ ਲੈਟਰ, ਤੇ ਉਹ ਗੋਡ ਨੂੰ ਲੈਟਰ ਲਿਖਦਾ ਕਿ ਡੀਅਰ ਗੋਡ, ਮੈਂ ਬਹੁਤ ਗਰੀਬ ਹਾਂ ਔਰ ਕ੍ਰਿਸਮਸ ਆ ਰਹੀ ਹੈ, ਮੈਨੂੰ ਨਾ ਕਿਸ ਤਰ੍ਹਾਂ $50 ਭੇਜ ਦੇ ਤਾਂ ਕਿ ਮੈਂ ਕੁਝ ਕੱਪੜੇ ਲੈ ਸਕਾਂ ਤੇ ਮੈਂ ਆਪਣੀ ਕ੍ਰਿਸਮਸ ਨੂੰ ਇੰਜੋਏ ਕਰ ਸਕਾਂ। ਜਦੋਂ ਉਹ ਲੈਟਰ ਲਿਖ ਕੇ ਪੋਸਟ ਕਰਦਾ ਤੇ ਉਹ ਲੈਟਰ ਪੋਸਟ ਆਫਿਸ 'ਚ ਜਾਂਦੀ ਹੈ। ਜਦੋਂ ਉਹ ਜਿਹੜਾ ਪੋਸਟ ਆਫਿਸ ਵਾਲਾ ਉਹ ਲੈਟਰ ਖੋਲਦਾ, ਉਹ ਦੇਖਦਾ ਹੈ ਤੇ ਉਹਨੂੰ ਬੜਾ ਉਹ ਲੱਗਦਾ ਹੈ ਕਿ ਵੀ ਹਾਂ, ਇੱਕ ਬੰਦਾ ਗਰੀਬ ਹੈ, ਉਹਨੂੰ ਇਹਨੇ ਗੋਡ ਨੂੰ ਲੈਟਰ ਲਿਖਿਆ ਤੇ ਸਾਨੂੰ ਉਹਦੇ ਲਈ ਕੁਝ ਕਰਨਾ ਚਾਹੀਦਾ ਹੈ। ਤੇ ਸਾਰੇ ਜਿਹੜੇ ਵੀ ਪੋਸਟ ਆਫਿਸ ਦੇ EMPLOYEES ਹੈਗੇ ਆ, ਉਹ ਸਾਰੇ ਇਕੱਠੇ ਕਰਕੇ ਥੋੜਾ ਥੋੜਾ ਪੈਸਾ ਇਕੱਠਾ ਕਰਕੇ $45 ਉਹਨਾਂ ਕੋਲ ਇਕੱਠੇ ਹੁੰਦੇ ਆ ਤੇ ਉਹ ਉਸ ਐਡਰੈਸ ਤੇ ਵਾਪਸ ਭੇਜ ਦਿੰਦੇ ਆ ਉਸ ਬੰਦੇ ਨੂੰ ਕਿ ਵੀ ਗੋਡ ਨੇ ਪੈਸੇ ਭੇਜੇ। ਤੇ ਜਦੋਂ ਉਹ ਬੰਦਾ ਐਨਵੈਲਪ ਖੋਲਦਾ ਹੈ ਤੇ ਪਹਿਲਾਂ ਤਾਂ ਬੜਾ ਖੁਸ਼ ਹੁੰਦਾ ਕਿ ਗੋਡ ਨੇ ਮੈਨੂੰ ਪੈਸੇ ਭੇਜੇ ਹੈ। ਫਿਰ ਜਦੋਂ ਉਹ ਗਿਣਦਾ ਹੈ, ਉਹ $45 ਹੁੰਦੇ ਆ। ਤੇ ਰਾਤ ਦਿਨ ਕਿ ਉਹ ਉਸ ਚੀਜ਼ ਨੂੰ ਸ਼ੁਕਰੀਆ ਕਰਦਾ ਕਿ ਵੀ ਗੋਡ ਥੈਂਕ ਯੂ, ਤੁਸੀਂ ਮੈਨੂੰ ਪੈਸੇ ਭੇਜੇ, ਉਹ ਕਹਿੰਦਾ ਦੇਖਿਆ ਗੋਡ, ਤੁਸੀਂ ਤਾਂ 50 ਹੀ ਭੇਜੇ ਹੋਣੇ ਆ, ਪਰ ਇਹਨਾਂ ਨੇ $5 ਕੱਢ ਲਏ ਜਿਹੜੇ ਪੋਸਟ ਆਫਿਸ ਵਾਲੇ। ਦਿਸ ਇਜ਼ ਵਾਟ ਇਹੀ ਮੈਂ ਗੱਲ ਕਰ ਰਹੀ ਹਾਂ ਕਿ ਅਸੀਂ ਹਮੇਸ਼ਾ ਉਸ ਬੰਦੇ ਨੇ $45 ਮਿਲੇ ਉਹਦੇ ਲਈ ਸ਼ੁਕਰਾਨਾ ਨਹੀਂ ਕੀਤਾ, ਪਰ ਜਿਹੜੇ $5 ਕੱਟ ਗਏ ਉਹਦੇ ਲਈ ਉਹਨੇ ਫਿਰ ਕੰਪਲੇਨ ਕਰਤੀ। ਤਾਂ ਇਸ ਲਈ ਗ੍ਰੈਟੀਟਿਊਡ 'ਚ ਰਹਿਣਾ, ਸ਼ੁਕਰਾਨੇ ਦੇ ਭਾਵ 'ਚ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸ਼ੁਕਰਾਨਾ ਸਾਨੂੰ ਨਿਮਰਤਾ 'ਚ ਲੈ ਕੇ ਆਉਂਦਾ ਹੈ। ਕਹਿੰਦੇ ਆ ਕਿ ਸ਼ੁਕਰਾਨਾ ਇਜ਼ ਲਾਈਕ ਅ ਮੈਗਨੇਟ। ਸ਼ੁਕਰਾਨਾ ਜਿਹਦੇ ਕੋਲ ਸ਼ੁਕਰਾਨਾ, ਉਹ ਇੱਕ ਮੈਗਨੇਟ ਹੈ ਜਿਹੜਾ ਕਿ ਅਬੰਡੈਂਸ ਨੂੰ, ਹਰ ਚੀਜ਼ ਨੂੰ ਅਟਰੈਕਟ ਕਰਦਾ ਹੈ। ਇੱਥੇ ਵੀ ਲਿਖਿਆ ਅ ਜੈਨਰਸ ਹਾਰਟ ਫਿਲਡ ਵਿਦ ਗ੍ਰੈਟੀਟਿਊਡ ਇਜ਼ ਅ ਮੈਗਨੇਟ ਫॉर ਅਬੰਡੈਂਸ। ਜਿਹੜਾ ਵੀ ਬੰਦਾ ਸ਼ੁਕਰਾਨੇ ਦੇ ਭਾਵ 'ਚ ਹੈ, ਉਹ ਇੱਕ ਮੈਗਨੇਟ ਹੈ, ਉਹਨੇ ਸਿਰਫ ਅਬੰਡੈਂਸ ਤੇ ਅਬੰਡੈਂਸ ਨੂੰ ਹੀ ਅਟਰੈਕਟ ਕਰਨਾ ਹੈ। ਯੂਨੀਵਰਸ ਦਾ ਲਾਅ ਹੈ, ਜੇ ਤੁਸੀਂ ਗ੍ਰੈਟੀਟਿਊਡ ਨਹੀਂ ਦੇ ਰਹੇ ਹੋ, ਜੇ ਤੁਸੀਂ ਐਪਰੀਸ਼ੀਏਸ਼ਨ 'ਚ ਨਹੀਂ ਹੋ, ਤਾਂ ਯੂਨੀਵਰਸ ਨੂੰ ਲੱਗਦਾ ਤੁਸੀਂ ਰੈਡੀ ਨਹੀਂ ਹੋ ਚੀਜ਼ਾਂ ਨੂੰ ਐਕਸੈਪਟ, ਚੀਜ਼ਾਂ ਨੂੰ ਲੈਣ ਲਈ। ਜਿੱਦਾਂ ਐਗਜ਼ਾਮਪਲ ਹੈ, ਤੁਸੀਂ ਕਿਸੇ ਨੂੰ ਕੋਈ ਗਿਫਟ ਦਿੰਦੇ ਹੋ, ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੈ, ਤੁਸੀਂ ਉਹਨੂੰ ਇੱਕ ਵਾਰ ਗਿਫਟ ਦਿੱਤਾ, ਉਹਨੇ ਕੋਈ ਐਪਰੀਸੀਏਸ਼ਨ, ਕੋਈ ਥੈਂਕ ਯੂ ਨਹੀਂ, ਕੋਈ ਮਤਲਬ ਸ਼ੁਕਰਾਨਾ ਨਹੀਂ ਸ਼ੋ ਕੀਤਾ, ਖੁਸ਼ੀ ਨਹੀਂ ਸ਼ੋ ਕੀਤੀ ਕਿ ਵੀ ਮੈਨੂੰ ਇਹ ਚੀਜ਼ ਮਿਲੀ ਹੈ। ਤੁਸੀਂ ਦੂਸਰੀ ਵਾਰ ਵੀ ਉਹਨੂੰ ਗਿਫਟ ਦਿੰਦੇ ਹੋ, ਉਹਦਾ ਸੇਮ ਰਿਐਕਸ਼ਨ ਹੁੰਦਾ ਹੈ। ਤੀਸਰੀ ਵਾਰ ਤੁਸੀਂ ਕਹੋਗੇ ਕਿ ਮੈਂ ਇਹਨੂੰ ਹੁਣ ਗਿਫਟ ਨਹੀਂ ਦੇਣਾ, ਕਿਉਂਕਿ ਮੈਂ ਜਿੰਨਾ ਵੀ ਇਹਨੂੰ ਦੇ ਰਿਹਾ, ਇਹ ਤਾਂ ਕਦੀ ਖੁਸ਼ੀ ਨਹੀਂ ਹੁੰਦਾ ਤੇ ਕਦੀ ਐਪਰੀਸ਼ੀਏਟ ਹੀ ਨਹੀਂ ਕਰਦਾ। ਦੂਸਰਾ, ਹਮੇਸ਼ਾ ਅਸੀਂ ਸਾਰੇ ਆਪਣੇ ਬੱਚਿਆਂ ਲਈ ਸਾਰਾ ਕੁਝ ਕਰਦੇ ਹਾਂ, ਅਸੀਂ ਜਿੰਨਾ ਵੀ ਕੰਮ ਕਰ ਰਹੇ ਹਾਂ, ਐਕਸਟਰਾ ਕਰ ਰਹੇ ਹਾਂ, ਤਾਂ ਕਿ ਅਸੀਂ ਆਪਣੇ ਬੱਚੇ ਨੂੰ ਅੱਛੀ ਲਾਈਫ ਦੇ ਸਕੀਏ। ਅਸੀਂ ਆਪਣੇ ਬੱਚੇ ਨੂੰ ਟॉयਜ਼ ਲੈ ਕੇ ਦਿੰਦੇ ਹਾਂ। ਤੁਹਾਡਾ ਬੱਚਾ ਇੱਕ ਵਾਰ ਉਹ ਟॉय ਤੋੜ ਦਿੰਦਾ ਹੈ, ਕੰਪਲੇਨ ਕਰਦਾ ਰਹਿੰਦਾ ਹੈ, ਉਹਨੂੰ ਨਾ ਹੀ ਉਹ ਇੱਕ ਵਾਰ ਟॉय ਤੋੜ ਕੇ ਬੋਲੇਗਾ ਕਿ ਮੈਨੂੰ ਪਸੰਦ ਨਹੀਂ, ਕੰਪਲੇਨ ਕਰੇਗਾ। ਤੁਸੀਂ ਦੂਸਰੀ ਵਾਰ ਟॉय ਲੈ ਕੇ ਦੋਗੇ, ਉਹ ਫਿਰ ਉਹ ਟॉयਜ਼ ਦੀ ਕਦਰ ਨਹੀਂ ਕਰੇਗਾ। ਤੁਸੀਂ ਕਹੋਗੇ ਹੁਣ ਮੈਨੂੰ ਮਹੀਨਾ ਕੋਈ ਟॉयਜ਼ ਨਹੀਂ ਦੇਣੇ, ਕਿਉਂਕਿ ਇਹਨੂੰ ਅਹਿਸਾਸ ਹੋਏ ਕਿ ਇਹਦੇ ਕੋਲ ਕੀ ਹੈ। ਸੇਮ ਯੂਨੀਵਰਸ ਦਾ ਲਾਅ ਹੈ, ਜੋ ਸਾਡੇ ਕੋਲ ਹੈ, ਜੇ ਅਸੀਂ ਉਸ ਨੂੰ ਐਪਰੀਸ਼ੀਏਟ, ਜੇ ਅਸੀਂ ਉਸ ਦੇ ਬਾਰੇ ਸ਼ੁਕਰਾਨਾ ਨਹੀਂ ਕਰਾਂਗੇ, ਤਾਂ ਯੂਨੀਵਰਸ ਨੂੰ ਲੱਗੇਗਾ ਅਸੀਂ ਰੈਡੀ ਨਹੀਂ ਹਾਂ, ਵੀ ਆਰ ਨਾਟ ਰੈਡੀ। ਅੰਟਿਲ ਜੇ ਯੂਨੀਵਰਸ ਨੂੰ ਲੱਗੇਗਾ ਅਸੀਂ ਰੈਡੀ ਨਹੀਂ ਹਾਂ, ਤੁਸੀਂ ਕੁਝ ਵੀ ਅਟਰੈਕਟ ਨਹੀਂ ਕਰ ਸਕਦੇ। ਤੁਸੀਂ ਜਿੰਨੀਆਂ ਮਰਜ਼ੀ ਪੋਜ਼ਿਟਿਵ ਐਫਰਮੇਸ਼ਨਸ ਕਰ ਲਓ, ਇਫ ਯੂ ਆਰ ਨਾਟ ਦੇ, ਤੁਸੀਂ ਸ਼ੁਕਰਾਨੇ ਦੇ ਮੋਡ 'ਚ ਨਹੀਂ ਹੋ, ਤਾਂ ਯੂ ਵਿਲ ਨਾਟ ਅਟਰੈਕਟ, ਬਿਕਾਜ਼ ਤੁਹਾਡੀ ਫ੍ਰੀਕੁਐਂਸੀ ਵਿਲ ਥੱਲੇ ਲੋਅਰ ਤੇ ਲੋਅਰ ਹੀ ਰਹੇਗੀ। ਹੁਣ ਸਾਇੰਸ ਕੀ ਕਹਿੰਦੀ ਹੈ? ਅੱਜ ਕੱਲ ਇਸ ਟਾਈਮ ਤੇ 50 ਯੂਨੀਵਰਸਿਟੀਜ਼ ਹੈ ਜਿਹੜੀ ਐਟੀਟਿਊਡ ਆਫ ਗ੍ਰੈਟੀਟਿਊਡ ਤੇ ਰਿਸਰਚ ਕਰ ਰਹੀਆਂ। ਬਹੁਤ ਸਾਰੀਆਂ 3 ਯੂਨੀਵਰਸਿਟੀਜ਼ ਦੇ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ, ਬਹੁਤ ਸਾਰੇ ਰਿਸਰਚਸ ਹੈ, ਪਰ ਜਿਹੜੀਆਂ ਮੈਂ ਲੈ ਕੇ ਆਈ ਹਾਂ, यूनिवर्सिटी ऑफ बर्मिंघम की कहती है, यूनिवर्सिटी ऑफ बर्मिंघम कहती है कि gratitude will make every aspect of your life happy। ਸ਼ੁਕਰਾਨਾ ਤੁਹਾਡੇ ਲਾਈਫ ਦੇ ਹਰ ਇੱਕ ਪਹਿਲੂ ਨੂੰ ਖੁਸ਼ੀਆਂ ਨਾਲ ਭਰ ਦੇਗਾ।
ਜਦੋਂ ਅਸੀਂ ਹੈਪੀਨੈਸ ਦੀ ਗੱਲ ਕਰਦੇ ਹਾਂ, ਵੀ ਆਰ ਟਾਕਿੰਗ ਅਬਾਊਟ ਟਰੂ ਹੈਪੀਨੈਸ, ਨਾਟ देयर आर ਦੋ ਟਾਈਪ ਦੀ ਹੈਪੀਨੈਸ ਹੈ। ਇੱਕ ਹੁੰਦੀ ਹੈ ਟਰੂ ਹੈਪੀਨੈਸ, ਇੱਕ ਹੁੰਦੀ ਹੈ ਪਲੇਜ਼ਰ। ਪਲੇਜ਼ਰ ਕੀ ਹੈ, ਜਿਹੜੀ ਥੋੜੀ ਦੇਰ ਲਈ ਰਹਿੰਦੀ ਹੈ। ਜਿੱਦਾਂ ਅਸੀਂ ਅੱਜ ਕੁਝ ਸਾਨੂੰ ਕੋਈ ਕਾਰ ਮਿਲੀ, ਅਸੀਂ ਬੜੇ ਖੁਸ਼ ਹਾਂ, ਅਸੀਂ ਥੋੜੀ ਦੇਰ ਲਈ ਖੁਸ਼ ਹਾਂ, ਬਟ ਉਹੀ 2 ਦਿਨ ਬਾਅਦ ਤੁਹਾਨੂੰ ਉਸ ਕਾਰ ਦੀ ਵੈਲਿਊ ਨਹੀਂ ਰਹੇਗੀ, ਤੁਸੀਂ ਤੁਹਾਡੇ ਲਈ ਉਹ ਨਾਰਮਲ ਹੋ ਜਾਏਗੀ। ਅੱਜ ਤੁਸੀਂ ਕੁਝ ਖਾ ਰਹੇ ਹੋ, ਤੁਹਾਨੂੰ ਥੋੜੀ ਦੇਰ ਲਈ ਉਹ ਚੀਜ਼ ਖੁਸ਼ੀ ਦੇ ਰਹੀ ਹੈ, ਬਟ ਦੈਨ ਯੂ ਵਿਲ ਫੀਲ, ਜਿੱਦਾਂ ਪਹਿਲਾਂ ਤੁਸੀਂ ਖਾਂਦੇ, ਤੁਹਾਨੂੰ ਇੱਕ ਚੀਜ਼ ਬੜੀ ਸਵਾਦ, ਤੁਸੀਂ ਬੜੇ ਖੁਸ਼ੀ ਚ ਖਾ ਰਹੇ ਹੋ, 4 ਘੰਟੇ ਬਾਅਦ ਤੁਸੀਂ ਇੰਨਾ ਖਾ ਲੈਂਦੇ ਹੋ ਕਿ ਤੁਹਾਡੇ ਪੇਟ 'ਚ ਦਰਦ ਹੋ ਜਾਂਦੀ, ਤੁਸੀਂ ਕਹੋਗੇ ਨਹੀਂ, that is called pleasure। ਟਰੂ ਹੈਪੀਨੈਸ ਕਿਹੜੀ ਹੈ, ਜਿਹੜੀ ਸਾਨੂੰ ਧਿਆਨ ਤੋਂ ਮਿਲਦੀ ਹੈ, ਮੈਡੀਟੇਸ਼ਨ ਤੋਂ ਮਿਲਦੀ ਹੈ, ਜਿਹੜੇ ਅਸੀਂ ਕਹਿੰਦੇ ਹਾਂ ਕਿ ਹੁਣ ਮੈਂ ਉਸ ਬਲਿਸ ਚ ਹਾਂ, ਮੈਂ ਉਹ ਜੋਏ ਚ ਹਾਂ, that is called true happiness। So University of Birmingham ने a fact करता है, ऐसे रिसर्च होके they have already proved that statement that gratitude will make every aspect of your life happy। शुक्राना ਤੁਹਾਡੇ ਜ਼ਿੰਦਗੀ ਦੇ ਹਰ ਇੱਕ ਪਹਿਲੂ ਨੂੰ ਖੁਸ਼ੀਆਂ ਨਾਲ ਭਰ ਦੇਗਾ। University of ਹਰਲੀਨ, ਇੱਕ ਹਾਂਜੀ ਮਿੰਟ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਮੈਸੇਜ ਵੀ ਕੀਤਾ, ਅਸੀਂ ਸਾਰੇ 48 ਪਾਰਟਿਸਿਪੈਂਟਸ ਇਸ ਸੈਸ਼ਨ ਵਿੱਚ ਆ, ਲੇਕਿਨ ਕੈਮਰਾ ਵੀਡੀਓ ਕੈਮਰਾ ਸਿਰਫ 4 ਪਾਰਟਿਸਿਪੈਂਟਸ ਦਾ ਔਨ ਹੈ। तो प्लीज तुम मेडिटेशन हो गया, अपना अपना वीडियो कैमरा ऑन रखो, क्योंकि यह एनर्जी शेयरिंग सेशन है। ते अगर तुसी कैमरा ही ऑन नहीं रखोगे ते फेस टू फेस इंटरेक्शन किस तरह होएगा, एनर्जी किस तरह शेयर होएगी। कोई बहुत अर्जेंसी है ते तुसी कैमरा ऑफ करो, लेकिन आराम नाल बैठ के कैमरा ऑन करके सुनोगे, जेड़ा स्पीकर है ओदी भी एनर्जी वध जाती है, नहीं ते इंज लगदा दीवार नाल गल्लां कर रहे हैं। तो प्लीज इस चीज का ध्यान रखो। थैंक यू हरलीन, कैरी ऑन। हाँ जी मैम, 1 सेकंड। क्वेश्चन जेड़े ने बाद च लांगे, इस वास्ते जे हैंड रेज नहीं करो। So University of Harvard की कहती है, University of Harvard कहती है gratitude is a vaccine। It's an anti-toxic, antiseptic, flush out every toxins from your body। कि ਜਿਹੜੀ ਵੈਕਸੀਨ ਜਿਹੜੀ gratitude ਹੈ, ਸ਼ੁਕਰਾਨਾ ਦਾ ਭਾਵ, ਉਹ ਇੱਕ ਵੈਕਸੀਨ ਹੈ ਜਿਹੜੀ ਤੁਹਾਡੀ ਬੋਡੀ ਚੋਂ ਹਰ ਇੱਕ ਜ਼ਹਿਰ, ਹਰ ਇੱਕ ਟੌਕਸਿਨ ਨੂੰ ਤੁਹਾਡੀ ਬੋਡੀ ਤੇ ਮਾਈਂਡ ਚੋਂ ਕੱਢ ਦਿੰਦੀ ਹੈ। That is the University of Harvard ਨੇ ਇਹ ਬੋਲਿਆ ਹੈ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਕਿ ਸਾਨੂੰ ਗ੍ਰੈਟਿਟਿਊਡ ਆਫ ਐਟੀਟਿਊਡ ਸਾਡੇ ਚ ਕੀ ਚੇਂਜ ਲੈ ਕੇ ਆਉਂਦਾ ਹੈ। ਫਰਸਟ, ਜਦੋਂ ਤੁਸੀਂ ਸ਼ੁਕਰਾਨੇ ਦੇ ਭਾਵ ਚ ਰਹੋਗੇ ਤਾਂ ਯੂ ਵਿਲ ਬੀ, ਤੁਹਾਡਾ ਲੈਕ ਇਨਟੂ ਅਬੰਡੈਂਸ। ਤੁਸੀਂ ਜਿਹੜੇ ਘਾਟ ਹੈ ਤੁਹਾਡੀ ਚੇਤਨਾ, ਤੁਹਾਡੀ ਲਾਈਫ ਚ ਘਾਟ ਹੈ, ਤੁਸੀਂ ਉਹਨੂੰ ਦੇਖਣਾ ਬੰਦ ਕਰਕੇ ਤੁਹਾਡੀ ਲਾਈਫ ਚ ਭਰਪੂਰਤਾ ਹੈ ਉਹਨੂੰ ਦੇਖਣਾ ਸ਼ੁਰੂ ਕਰ ਦੋਗੇ। ਦੂਸਰਾ, ਸੋਰੋਜ਼ ਇਨਟੂ ਹੈਪੀਨੈਸ। ਜਿਹੜੀ ਤੁਹਾਡੀ ਲਾਈਫ ਚ ਦੁੱਖ ਹੈ ਤੁਸੀਂ ਉਹਨਾਂ ਨੂੰ ਨਹੀਂ ਦੇਖੋਗੇ ਤੇ ਆਪਣੇ ਖੁਸ਼ੀਆਂ ਵੱਲ ਦੇਖਣਾ ਸ਼ੁਰੂ ਕਰ ਦੋਗੇ। ਤੀਸਰਾ, ਓਲਡ ਸੋਰੋਜ਼ ਟੂ ਵਿਜ਼ਡਮ। ਜਿਹੜੇ ਤੁਹਾਡੇ ਪੁਰਾਣੇ ਦੁੱਖ ਪੁਰਾਣੇ ਸੀਗੇ ਉਹਨਾਂ ਤੋਂ ਤੁਸੀਂ ਲੈਸਨ ਸਿੱਖੋਗੇ ਕਿ ਹਾਂ ਉਸ ਟਾਈਮ ਜਦੋਂ ਤੁਸੀਂ ਗ੍ਰੈਟੀਟਿਊਡ, ਸ਼ੁਕਰਾਨੇ ਦੇ ਭਾਵ ਚ ਆਓਗੇ, ਜਿਹੜਾ ਤੁਹਾਡੇ ਨਾਲ ਪੁਰਾਣਾ ਕੋਈ ਇਨਸੀਡੈਂਟ ਹੋਇਆ ਸੀ, ਸਿਚੁਏਸ਼ਨ ਸੀ, ਉਹਨੂੰ ਉਸ ਤੋਂ ਤੁਹਾਨੂੰ ਸਮਝ ਆਏਗੀ ਕਿ ਹਾਂ ਮੇਰੇ ਨਾਲ ਉਹ ਕਿਉਂ ਹੋਇਆ ਸੀ। ਯੂ ਵਿਲ ਗੈਟ ਦ ਵਿਜ਼ਡਮ ਉਹਦੇ ਤੋਂ। ਫਿਰ ਕਨਫਿਊਜ਼ਨ ਟੂ ਕਲੈਰਿਟੀ, ਜਿਹੜੀ ਵੀ ਤੁਹਾਨੂੰ ਅੱਜ ਕੱਲ ਅਸੀਂ ਮੋਸਟਲੀ ਹਰ ਚੀਜ਼ ਚ ਕਨਫਿਊਜ਼ਨ ਦੀ ਗੱਲ ਕਰਦੇ ਹਾਂ। ਕਨਫਿਊਜ਼ਨ ਕੀ ਹੈ? ਜਿਹੜੀ ਵੀ ਤੁਹਾਨੂੰ ਕਨਫਿਊਜ਼ਨ ਹੋਈ ਆ ਉਹ ਕਲੈਰਿਟੀ ਚ ਵਾਪਸ ਆਏਗੀ। ਜਿਹੜੀ ਤੁਹਾਡੀ ਜਦੋਂ ਸ਼ੁਕਰਾਨੇ ਦੇ ਭਾਵ ਚ ਤੁਸੀਂ, ਤੁਹਾਡੀ ਕਨਫਿਊਜ਼ਨ ਦੂਰ ਹੋ ਜਾਂਦੀ ਹੈ। ਡ੍ਰੀਮਸ ਟੂ ਵਿਜ਼ਨ, ਜਿਹੜੀ ਵੀ ਤੁਹਾਡੇ ਡ੍ਰੀਮਸ ਹੈ, ਬਿਕੋਜ਼ ਜਦੋਂ ਤੁਸੀਂ ਸ਼ੁਕਰਾਨੇ ਚ ਰਹਿੰਦੇ ਹੋ ਉਹਦੀ ਫ੍ਰੀਕੁਐਂਸੀ ਲੈਵਲ ਬੜੀ ਹਾਈ ਹੁੰਦੀ ਹੈ, ਤੁਸੀਂ ਹਰ ਚੀਜ਼ ਹਾਈ ਫ੍ਰੀਕੁਐਂਸੀ ਤੇ ਹੋ, ਤੇ ਤੁਸੀਂ ਆਪਣੇ ਡ੍ਰੀਮਸ ਨੂੰ, ਵਿਜ਼ਨ, ਉਹਨੂੰ ਐਕਚੁਅਲੀ ਪੂਰਾ ਹੁੰਦੇ ਦੇਖ ਸਕਦੇ ਹੋ। ਹੁਣ ਨੈਕਸਟ ਹੈ, ਬਹੁਤ ਸਾਰੀਆਂ ਟੈਕਨੀਕਸ ਹੈ ਗ੍ਰੈਟੀਟਿਊਡ ਦੀਆਂ, ਬਟ ਪਹਿਲਾਂ ਮੈਂ ਤੁਹਾਨੂੰ ਗ੍ਰੈਟੀਟਿਊਡ ਬਾਰੇ ਇੱਕ ਐਗਜ਼ਾਮਪਲ ਦੇਣੀ ਕਿ ਗ੍ਰੈਟੀਟਿਊਡ ਕਿਉਂ ਜ਼ਰੂਰੀ ਹੈ, ਗ੍ਰੈਟੀਟਿਊਡ ਨੇ ਮੇਰੀ ਲਾਈਫ ਕਿੱਦਾਂ ਚੇਂਜ ਕੀਤੀ। ਮੈਂ ਹਮੇਸ਼ਾ ਆਪਣਾ ਪਰਸਨਲ ਐਗਜ਼ਾਮਪਲ ਜ਼ਰੂਰ ਦੇਣੀ ਹੈ, ਬਿਕੋਜ਼ ਮੈਂ ਇਹ ਚੀਜ਼ ਨੂੰ ਲਿਟਰਲੀ ਜੀਆ ਹੋਇਆ। ਸੋ ਆਈ ਕੈਨ, ਮੈਂ ਕਹਿੰਦੇ ਨਾ ਕਿ ਆਈ ਕੈਨ ਵਾਊਚ ਫॉर ਇਟ, ਕਿ ਸਭ ਨੂੰ ਪਤਾ ਹੈ ਕਿ ਮੇਰੀ 2 ਬੇਟੀਆਂ ਹੈਗੀਆਂ। ਸੋ ਮੈਂ ਪਹਿਲੀ ਬੇਟੀ ਮੈਨੀਫੈਸਟ ਕੀਤੀ ਸੀ 2014 ਚ, ਮੇਰੀ ਬੇਟੀ ਪੈਦਾ ਹੋਈ ਸੀ। ਉਸ ਤੋਂ ਬਾਅਦ 2015 ਚ ਮੇਰੇ ਮਾਈ ਡੈਡ ਪਾਸਡ ਅਵੇ, ਉਹਨਾਂ ਦੀ ਡੈਥ ਹੋ ਗਈ ਸੀ। ਸੋ ਮੈਂ ਧਿਆਨ ਚ ਨਹੀਂ ਸੀਗੀ, ਮੈਂ ਪਾਠ ਕਰਦੀ ਸੀ, ਬਟ ਉਹੀ ਅਗੇਨ ਜਦੋਂ ਤੁਸੀਂ ਪਾਠ ਕਰਦੇ ਹਾਂ ਅਸੀਂ ਆਪਣੀ ਪਾਵਰਸ ਹੋਰਾਂ ਤੇ, ਮਤਲਬ ਪਾਠ ਕਰਨਾ ਇਜ਼ ਨਾਟ ਬੈਡ, ਬਟ ਅਸੀਂ ਜਿੱਦਾਂ ਕਹਿੰਦੇ ਆ ਨਾ ਕਿ ਅਸੀਂ ਹਮੇਸ਼ਾ ਅਗਲੇ ਨੂੰ ਅਥਾਰਟੀ ਬਣਾਈ ਹੋਈ ਹੈ। ਸੋ ਮੇਰੇ ਹਿਸਾਬ ਨਾਲੋਂ ਮੇਰਾ ਬਹੁਤ ਬੜਾ ਸੈਟਬੈਕ ਸੀ ਕਿ ਮੇਰੇ ਪਾਪਾ ਚਲੇ ਗਏ, ਮੈਂ ਡਿਪਰੈਸ਼ਨ ਚਲੀ ਗਈ। ਉਸ ਤੋਂ ਬਾਅਦ ਮੈਂ IVF ਦੁਬਾਰਾ ਕੀਤਾ ਔਰ ਮੈਂ ਪ੍ਰੈਗਨੈਂਟ ਹੋਈ। ਜਨਵਰੀ 2016 ਚ ਮੇਰੇ ਫਾਦਰ ਦੀ ਡੈਥ ਹੋਈ ਸੀ, ਐਂਡ ਦਸੰਬਰ ਚ ਮੈਂ ਪ੍ਰੈਗਨੈਂਟ ਹੋਈ। ਔਰ
everything was okay. I don't know क्यों होया 5 महीने बाद I got sick और I end up मैं hospital च जाना पिया और उत्थे I have to deliver my baby in 5 months and my baby passed away क्योंकि 5 month ਦਾ ਬੱਚਾ was very premature, so ਉਹ passed away. ਜਦੋਂ ਉਹ passed away ਹੋਈ, so again ਮੈਨੂੰ ਇੱਕ ਨਵਾਂ ਉਹੀ bargaining ਤੇ begging ਤੇ threatening ਵਾਲੇ ਡਰਾਮੇ ਚ I get back ਕਿ ਬਾਬਾ ਜੀ ਨੇ ਮੇਰੇ ਨਾਲ ਹੀ ਗਲਤ ਕੀਤਾ ਹੈ, ਮੇਰੇ ਨਾਲ ਹੀ ਸਾਰਾ ਕੁਝ ਗਲਤ ਹੁੰਦਾ ਹੈ। और उसको मैं बहुत बीमार होगी, मैनू सेप्सिस हो गया सी। सेप्सिस की हुंदा है तुहाडे पूरी बॉडी च जहर भर जांदा है। सो फॉर 1 month आफ्टर डिलीवरिंग माय बेबी जेड़ा जो पास्ड अवे माय बेटी, उस तो बाद मैं हॉस्पिटल सीगी और मेरी जेड़ी छोटी बेटी सी 3 साल दी, वो भी 1 साल क्योंकि मेरी मॉम इंडिया तो आई सी, और मेरी मॉम ते वो भी मेरे नाल हॉस्पिटल, एक तो क्योंकि मेरी बेटी नु पहला मैं सब नु कहसी मैं शेयर नहीं करदी सी, ओनू आदत नहीं सी। सो 1 महीना मेरी 3 साल दी बेटी भी मेरे नाल हॉस्पिटल ही रही है मेरी मामा दे नाल। मैनू आज भी याद है क्योंकि मैं डिप्रेशन च बहुत चली गई, तो डॉक्टर मेरे को डॉक्टर आया और ने मेरे को बैठा और उन्हें मैनू कहा कि आई अंडरस्टैंड जो तेरे नाल हो रहा है बहुत गलत हो रहा है, बट उन्हें क्या एक गल नू रियलाइज कहना, पर ए देख तू हजे भी ब्लैस्ड है बिकॉज तेरे को एक बच्चा खड़ा है जेड़ा 3 साल दा है जो कि बिल्कुल ठीक है, एंड यू तेरे को एक बच्चा है। ही सैड इत्थे किन्ने फैमिलीज हैगियां जिन्हां ने बच्चे जिन्हां दे इधर प्रीमेच्योर बच्चे हो रहे और उन्हां को कोई बच्चा नहीं है। उन्हें मैनू क्या, बट मैं अगेन वो कंप्लेंट मोड च सी कि जिद्दां मैं तुहानू दस्सिया कि भी मैनू $45 $5 किसी ने ले ले। मैनू उस डॉक्टर ते इन्ना गुस्सा आया, मैनू लगे इन्नू तो पता ही नहीं, इन्नू एहसास ही नहीं मैं किस दर्द तो जा रही हूं। पूरा 1 महीना मैं जो हॉस्पिटल च रही है, मैं सिर्फ ते सिर्फ कंप्लेंट, कहंदे ना हर सेकंड मेरी मॉम दे मतलब आई नो मेरी मॉम ने मैनू किद्दां झेलिया होना है, मैं सिर्फ कंप्लेंट करदी सी और रोंदी सी कि मेरे नाल गलत होया है। मैं कदी नहीं देखना कि मेरे च ब्लैसिंग की है। 1 महीने बाद मैं घर आई। ਇੱਥੇ ਕੀ ਹੁੰਦਾ, ਇੱਕ ਚਰਚ ਜਿਹੜੇ ਹਸਪੀਟਲ ਵਾਲੇ ਆ ਉਹ ਜਦੋਂ ਇਦਾਂ ਦਾ ਕੋਈ ਬੇਬੀਜ਼ ਪ੍ਰੀਮੈਚੁਰ ਬੇਬੀਜ਼ ਦੀ ਹਮੇਸ਼ਾ ਹਰ ਮਹੀਨੇ ਉਹ ਜਿਹੜੇ ਬੇਬੀਜ਼ ਪਾਸ ਅਵੇ ਹੁੰਦੇ ਆ ਉਹਨਾਂ ਲਈ ਚਰਚ ਕੋਈ ਛੋਟੀ ਜੀ ਪ੍ਰੇਅਰ ਕਰਦੇ ਆ। ਸੋ ਜਦੋਂ ਮੈਂ ਤੇ ਮੇਰੀ ਬੇਟੀ ਨੂੰ, ਮੈਂ ਆਪਣੀ ਬੇਟੀ ਨਾਲ ਉਸ ਚਰਚ ਪ੍ਰੇਅਰ ਕਰਨ ਗਈ, ਤਾਂ ਉੱਥੇ ਮੈਂ ਜਾਂਦੇ ਸੋਚ ਰਹੀ ਹਾਂ ਕਿ ਦੇਖੋ ਮੈਂ ਸਭ ਤੋਂ ਜ਼ਿਆਦਾ ਨਾ ਉੱਥੇ ਮੈਂ ਹੀ ਨਿਮਾਨੀ ਆ, ਮੇਰੇ ਨਾਲ ਹੀ ਗਲਤ ਹੋਇਆ ਐ, ਮੈਂ ਸੋਚਦੀ ਜਾ ਰਹੀ ਹਾਂ। ਉੱਥੇ ਮੈਂ ਇਹ ਨਹੀਂ ਸੋਚ ਰਹੀ ਕਿ ਉੱਥੇ ਜਿਹੜੇ ਲੋਕ ਆਏ ਸਭ ਦੇ ਬੱਚੇ ਪਾਸ ਮਤਲਬ ਇਦਾਂ ਹੀ ਗਏ ਹੈ, बट मैं अपना दुख लैके कि भी जाके ना उत्थे भी सब तो ज्यादा तो बस मेरे नाल ही बुरा होया। इत्थे मैं उत्थे जाके खड़ी, उत्थे मैं 3 के ऑलमोस्ट 10 लेडीज नु मिली जिन्हां दे 6 के 7 बच्चे प्रीमेच्योर इदां ही पास अवे होए सी और उन्हां कोल कोई बच्चा नहीं सी। और उस चों 2 लेडीज कह रही हैं कि असी रब दा इन्ना गॉड दा थैंक यू है कि उन्होंने सानू एटलीस्ट 3 महीने लिए तो मां बनाया ना, 3 महीने दा एहसास तो सानू मां दा बनन दा होया। जदों उन्होंने मैनू ओ गल दसी ना, कहंदे ने तुहानू कोई अंदरों झंझोड़ दिंदा है, मैनू लिटरली एहसास होया कि मैं किस गल ते रो रही हूं। मेरे को एक प्रॉपर मेरा पूरा हेल्दी बच्चा खड़ा है और मैं हजे भी रोई जा रही हूं। और वो लेडीज जेदे ऑलमोस्ट ओदे 6 बच्चे इदां पास अवे होए सी, आई थिंक 7वें दे बच्चे ते आई सी, और कहंदी सी कि हमेशा इदां ही 4-5 महीने और बच्चा डिलीवर कर दिया एंड बच्चा पास अवे। ओ हजे भी गॉड नु थैंक यू कर रही है कि थैंक यू गॉड, तुसी मैनू एटलीस्ट 4 या 5 महीने तो सही पर तुसी मैनू मां बनन दा एहसास करवाया। उस टाइम ते मैं वापस आई। मैं 1 महीना मेरे घर बाबा जी का कमरा है, मैं बाबा जी के कमरे च नहीं गई सी। 1 महीना नहीं पहला भी नहीं गई सी बिकॉज मेरे पापा दी डेथ हो गई सी। मैं आंदे पहले बाबा जी के कमरे च गई, मत्था टेकिया, मैं जो भी सॉरी कहना सी सॉरी किया। और धीरे धीरे 2 दिन बाद कहते ना व्हेन यू रेडी देन यूनिवर्स तुहानू भेजदा है। फिर मैनू एक जर्नल आया 21 डेज ऑफ ग्रैटिट्यूड। मैं वो जर्नल शुरू किया। धीरे धीरे मैं उहदे बारे तुहाडे नाल अगे गल करांगी कि टेक्निक्स असीं यूज करनी है। और धीरे धीरे मेरी चीज़ां मेरी कहते ना चेतना आपे अबंडेंस वाल जाती रही। मैं कोई स्पैशली अबंडेंस वाल चेतना नहीं पाई, पर जो तुसीं शुकराने दे भाव च रहने हो, तुसीं धीरे धीरे आपे तुहाडी अबंडेंस वाल चेतना वधनी शुरू हो जाती है। जिथे डॉक्टर्स मैनू कह चुके सी कि हुण तेरे बॉडी च जहर बह गया है, हुण तू IVF भी नहीं करा सकती, तू मतलब नॉर्मल तो मेरे उदा भी नहीं कदी होना सी, बट तू IVF ही नहीं, जे तू प्रेगनेंट होगी तू बेबी कैरी नहीं कर पाएंगी, तू नहीं। 2 महीने बाद आई थिंक विदिन 3 months मैं दोबारा IVF किया। आई गॉट प्रेगनेंट 9 months मैं बेबी नू आराम नाल कैरी किया। डॉक्टर्स इन्ने टेंशन च हुंदे सी 9 months, उन्होंने मेरे बेबी का हर DNA टेस्ट करा लिया क्योंकि उन्होंने कहा कि मैं बेबी क्योंकि मैं प्रेगनेंट हो गया, मेरी बॉडी बेबी नू ले ही नहीं पाएगी। सारे टेस्ट करवा ले, सब कुछ करवाया। 9 months मैं बेड रेस्ट पे भी नहीं गई, मैं एक्सरसाइज भी की, बट क्योंकि मैं बेअंत चेतना सी। मेरी पहली बेटी 17 मार्च 2017 नू पास अवे हुई सी। अगले साल 21 मार्च 2018 सेम मंथ, सिर्फ 2 दिन बाद आई हैड अनदर बेबी इन माय लैप कंप्लीटली हेल्दी। ए है तुहाडे ग्रैटिट्यूड दा मिरेकल। और मैं कुछ नहीं किया, मैं सिर्फ शुकराने दे भाव च रही। मैं सिर्फ अपनी लाइफ च जेडी चीज़ां है उन्हां नू देखना शुरू किया।
ਐਫਰਮੇਸ਼ਨ ਵਗੈरह ਨਾਲ ਚੱਲਦੀਆਂ ਰਹੀਆਂ। This is the miracle happened in my life। ਉਸ ਤੋਂ ਬਾਅਦ ਮੈਂ ਤਾਂ ਹੀ ਤੁਹਾਨੂੰ ਕਹਿਣਾ ਕਿ ਜੇ ਤੁਸੀਂ as the topic is so important, ਅਸੀਂ ਸਾਰੀ ਟੈਕਨੀਕ ਸਭ ਕੁਝ ਕਰ ਲਈਏ, ਪਰ ਜੇ ਅਸੀਂ ਸ਼ੁਕਰਾਨੇ ਦੇ ਭਾਵ 'ਚ ਨਹੀਂ ਰਵਾਂਗੇ, ਅਸੀਂ ਕੁਝ ਨਹੀਂ ਕਰ ਸਕਦੇ। ਸਾਰੇ ਤਾਂ ਸਾਨੂੰ ਤਾਂ ਕਹਿੰਦੇ ਵੀ ਹੈ ਦਸਵੰਤ, ਸ਼ੁਕਰਾਨਾ ਤੇ ਸਰਬੱਤ ਦਾ ਭਲਾ। ਦੇਣਾ ਵੀ ਜ਼ਰੂਰੀ ਹੈ। ਜਨਰੋਸਿਟੀ, they said generosity plus gratitude is abundance, is equal to abundance। ਹੁਣ ਦੇਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਸਿਰਫ ਤੁਸੀਂ ਵੀ ਮੇਰੇ ਕੋਲ ਪੈਸਾ ਨਹੀਂ ਹੈ, ਜੋ ਹੈ ਉਹ ਦੋ। ਟਾਈਮ ਹੈ ਟਾਈਮ ਦੋ, ਪਿਆਰ ਹੈ ਪਿਆਰ ਦੋ, ਹਰ ਚੀਜ਼ ਨੂੰ ਵੰਡੋ। ਜਦੋਂ ਅਸੀਂ ਵੰਡਣਾ ਸ਼ੁਰੂ ਕਰਦੇ ਹਾਂ, ਅਸੀਂ ਸ਼ੁਕਰਾਨੇ ਦੇ ਭਾਵ 'ਚ ਰਹਿੰਦੇ ਹਾਂ, ਤਾਂ ਤੁਹਾਨੂੰ ਯੂਨੀਵਰਸ ਦਿੰਦਾ ਹੈ ਡੋਨੇਸ਼ਨਸ। ਜਿੱਥੇ ਜ਼ਰੂਰਤ ਹੈ ਤੇ ਜ਼ਰੂਰ ਜਿੰਨਾ ਕਰ ਸਕਦੇ ਹੋ ਉਹਨਾਂ ਦੋ। ਜ਼ਰੂਰੀ ਨਹੀਂ ਹੈ ਕਿ ਹੁਣ ਵੀ ਮੇਰੇ ਕੋਲ ਤਾਂ ਹੈ ਨਹੀਂ, ਮੈਂ ਦੇ ਨਹੀਂ। ਜਿੰਨਾ ਤੁਸੀਂ ਦੇ ਸਕਦੇ ਹੋ ਉਹ ਜ਼ਰੂਰ ਦੋ, ਬਿਕੋਜ਼ ਜਦੋਂ ਤੁਸੀਂ ਦੇਨੇ ਹੋ ਤਾਂ ਫਿਰ ਅਗੇਨ ਤੁਸੀਂ ਦੋਗੇ। ਇਹ એનર્ਜੀ ਸਰਕਲ ਹੈ। ਵੈਨ ਯੂ ਗਿਵ ਯੂ ਰਿਸੀਵ ਬੈਕ। ਜਦੋਂ ਦਿਓਗੇ ਤੁਹਾਨੂੰ ਤੁਸੀਂ ਵਾਪਸ, ਹਾਂ ਹੁਣ ਇਸ ਲਈ ਨਹੀਂ ਦੇਣਾ ਤਾਂ ਕਿ ਮੈਂ ਵਾਪਸ ਲਵਾਂ। ਅਗੇਨ ਇੰਟੈਂਸ਼ਨ ਫਿਰ ਉੱਥੇ ਆਉਂਦੀ ਹੈ, ਅਸੀਂ ਦੇਣਾ ਕੀ ਹੈ, ਅਸੀਂ ਇੰਟੈਂਸ਼ਨ ਕਿਹੜੀ ਦੇ ਰਹੇ ਹਾਂ। ਤੁਹਾਡੇ ਕੋਲ ਅਬੰਡੈਂਸ ਹੈ, ਤੁਸੀਂ ਅਬੰਡੈਂਸ ਜ਼ਰੂਰ ਸ਼ੇਅਰ ਕਰੋ। ਔਰ ਜਦੋਂ ਅਸੀਂ ਇਹਨਾਂ ਚੰਗੇ ਕੰਮਾਂ 'ਚ ਜ਼ਰੂਰ ਸ਼ੇਅਰ ਕਰਦੇ ਹਾਂ, ਤੁਹਾਡੀ ਕਹਿੰਦੇ ਨਾ ਤੁਹਾਨੂੰ 10% ਕੀ 100% ਚੀਜ਼ਾਂ ਵਾਪਸ ਮਿਲਦੀਆਂ। ਸੋ ਨੈਕਸਟ ਹੈ ਸਾਨੂੰ ਐਟੀਟਿਊਡ ਆਫ ਗ੍ਰੈਟੀਟਿਊਡ ਦਿਨ। what it works on। ਜਦੋਂ ਤੁਸੀਂ ਉਸ ਸ਼ੁਕਰਾਨੇ ਦੇ ਹੁੰਦੇ ਹੋ, ਤੁਹਾਡਾ ਫੇਥ ਆਪੇ ਇਨਕਰੀਜ਼ ਹੋ ਜਾਂਦਾ ਹੈ। ਹੁਣ ਜਦੋਂ ਮੇਰਾ ਸੀ, ਮੇਰੀ ਲਾਈਫ 'ਚ ਕਿੰਨੀਆਂ ਨੈਕਸਟ, ਜਦੋਂ ਮੈਂ ਦੁਬਾਰਾ ਪ੍ਰੈਗਨੈਂਟ ਹੋਈ, ਮੈਨੂੰ ਆਲਰੇਡੀ ਡਾਕਟਰਸ ਡਰੇ ਹੋਏ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕੈਰੀ ਨਹੀਂ ਕਰ ਪਾਏਗੀ, ਬੱਚੇ 'ਚ ਪ੍ਰੋਬਲਮ ਹੈ। ਮੈਨੂੰ ਫੇਥ ਸੀਗਾ ਕਿ ਜੋ ਹੋਗਾ ਬਿਲਕੁਲ ਠੀਕ ਹੋਏਗਾ। ਮੇਰੀ ਲਾਈਫ 'ਚ ਕੁਝ ਗਲਤ ਨਹੀਂ ਹੋ ਰਿਹਾ। ਮੈਨੂੰ ਜੋ ਵੀ ਮੇਰੇ ਲਈ ਆਏ, ਮੈਨੂੰ ਕੋਈ ਲੈਸਨ ਸਿਖਾਉਣ ਆਏ ਸੀ। ਤੁਹਾਡੀ ਲਾਈਫ 'ਚੋਂ ਨੈਗੇਟਿਵਿਟੀ ਰਿਮੂਵ ਆਪੇ ਧੀਰੇ ਧੀਰੇ ਨੈਗੇਟਿਵਿਟੀ ਰਿਮੂਵ ਹੋਣੀ ਸ਼ੁਰੂ। ਜਦੋਂ ਤੁਸੀਂ ਹਰ ਚੀਜ਼ 'ਚ ਕੋਈ ਚੰਗਾ ਦੇਖੋਗੇ, ਤੁਸੀਂ ਤੁਹਾਡੀ ਕੋਈ ਲਾਈਫ 'ਚ ਕੋਈ ਸਿਚੁਏਸ਼ਨ ਵੀ ਆਉਂਦੀ ਹੈ, ਤੁਸੀਂ ਉਸ 'ਚ ਦੇਖੋਗੇ ਮੈਨੂੰ ਕੀ ਸਿਖਾਣਾ ਹੈ। ਤੁਸੀਂ ਉਹਨੂੰ ਦੁੱਖ ਵਾਂਗੂ ਨਹੀਂ ਲੋਗੇ, ਉਸ ਨੂੰ ਚੈਲੰਜ ਵਾਂਗੂ ਲੋਗੇ। ਤੁਹਾਡੀ ਆਪੇ ਧੀਰੇ ਧੀਰੇ ਨੈਗੇਟਿਵਿਟੀ ਦੂਰ ਹੋ ਜਾਏਗੀ। ਅਗੇਨ ਨੈਗੇਟਿਵਿਟੀ ਦੂਰ ਹੋਏਗੀ, ਅਸੀਂ ਪੋਜ਼ਿਟਿਵ ਰਵਾਂਗੇ, ਸਾਡੀ ਫ੍ਰੀਕੁਐਂਸੀ ਹਾਈ ਹੋਏਗੀ। ਇੰਕਰੀਜ਼ ਇਮਿਊਨਿਟੀ। ਗ੍ਰੈਟੀਟਿਊਡ 'ਚ ਰਹਿ ਤੁਹਾਡੀ ਸਿਹਤ 'ਚ ਬੜਾ ਫਰਕ ਪੈਂਦਾ ਹੈ। ਇਹ ਇੱਕ ਰਿਸਰਚ ਹੋਈ ਹੈ ਜਿੱਥੇ ਹਾਰਵਰਡ ਨੇ ਆਲਮੋਸਟ 100 ਬੰਦਿਆਂ ਤੇ ਰਿਸਰਚ ਕੀਤੀ ਸੀ, ਉਹਨਾਂ ਨੇ 100 ਬੰਦੇ ਲਏ ਸੀ ਜਿਨ੍ਹਾਂ ਨੂੰ ਆਰਥਰਾਈਟਿਸ ਸੀਗਾ, ਕ੍ਰੋਨਿਕ ਡਿਜ਼ੀਜ਼ਸ ਸੀਗੀ, ਹਾਰਟ ਪੇਸ਼ੈਂਟ ਸੀਗੇ ਤੇ ਕੈਂਸਰ ਸੀਗੇ। ਉਹਨਾਂ ਨੇ ਸਿਰਫ 6 ਮਹੀਨੇ ਉਹ ਬੰਦਿਆਂ ਨੂੰ ਸਿਰਫ ਮੈਡੀਟੇਸ਼ਨ ਕਰਾਈ ਔਰ ਸਿਰਫ ਗ੍ਰੈਟੀਟਿਊਡ ਦਿੱਤਾ। ਜਿਹੜਾ ਤੁਹਾਡਾ ਪਾਰਟ ਖਰਾਬ ਵੀ ਹੈ, ਸਪੋਜ਼ ਤੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈ, ਉਹਨਾਂ ਨੇ ਸਿਰਫ ਇਹੀ ਕਿਹਾ, ਮੇਰਾ ਹਾਰਟ ਥੈਂਕ ਯੂ, ਤੂੰ ਜਿੰਨਾ ਵੀ ਕੰਮ ਕਰ ਰਿਹਾ ਹੈ, ਜੇ ਸਪੋਜ਼ ਤੁਹਾਡਾ ਜੋ ਵੀ ਹੈ, ਤੂੰ ਬਹੁਤ ਅੱਛਾ ਕੰਮ ਕਰ ਰਿਹਾ, ਤੂੰ ਮੇਰੇ ਲਈ ਬਹੁਤ ਅੱਛਾ ਕਰ ਰਿਹਾ, ਜੋ ਵੀ ਤੁਹਾਡੇ ਸੈੱਲ ਜਿੰਨੇ ਵੀ ਕੰਮ ਕਰ ਰਿਹਾ ਹੈ। ਔਰ ਉਹਨਾਂ ਨੇ ਦੇਖਿਆ 70% ਲੋਕਾਂ ਦਾ ਆਰਥਰਾਈਟਿਸ ਤੇ ਕ੍ਰੋਨਿਕ ਡਿਜ਼ੀਜ਼ ਬਿਲਕੁਲ ਠੀਕ ਹੋ ਗਈ। ਬਹੁਤ ਲੋਕਾਂ ਦਾ ਹਾਰਟ ਪ੍ਰੋਬਲਮਸ, ਦਵਾਈਆਂ ਚੱਲਦੀਆਂ ਪਿਆ ਸੀ, ਬਟ ਨਾਲ ਗ੍ਰੈਟੀਟਿਊਡ ਸੀਗਾ। ਔਰ ਬਹੁਤ ਲੋਕਾਂ ਦਾ ਕੈਂਸਰ ਘੱਟ ਹੋ ਗਿਆ। ਸੋ ਦਿਸ ਇਜ਼ ਦ ਪਾਵਰ ਆਫ ਗ੍ਰੈਟੀਟਿਊਡ। ਤੁਹਾਡੇ ਸ਼ੁਕਰਾਨੇ ਦੇ ਭਾਵ 'ਚ ਰਹਿਣ ਦੀ ਇੰਨੀ ਪਾਵਰ ਹੈ। ਦੂਸਰਾ ਹੈ ਪੀਸਫੁਲ ਮਾਈਂਡ। ਤੁਸੀਂ ਹਰ ਚੀਜ਼ 'ਚ ਬੜੇ ਪੀਸਫੁਲ ਹੋ ਜਾਂਦੇ ਹੋ। ਜਦੋਂ ਤੁਹਾਨੂੰ ਪਤਾ ਹੈ ਮੈਨੂੰ ਪ੍ਰੋਬਲਮ ਆਈ ਔਰ ਤੁਹਾਨੂੰ ਉਸ 'ਚ ਤੁਸੀਂ ਉਹਨੂੰ ਗਲਤ ਚੀਜ਼ ਨੂੰ ਤੁਸੀਂ ਉਹਨੂੰ ਨਹੀਂ ਦੇਖ ਰਹੇ, ਤੁਸੀਂ ਸਿਰਫ ਇੱਕ ਚੰਗੀ ਉਸ 'ਚ ਤੁਹਾਨੂੰ ਕੀ ਸਿਖਾਉਣ ਆਇਆ ਹੈ, ਤੁਸੀਂ ਉਸ 'ਚ ਤੁਹਾਨੂੰ ਕੀ ਅੱਛਾ ਲੱਭ ਰਿਹਾ ਹੈ, ਉਹ ਦੇਖੋਗੇ, ਤੁਸੀਂ ਆਪੇ ਪੀਸਫੁਲ ਹੋ ਜਾਓਗੇ। ਅਗੇਨ ਯੂ ਗੈਟ ਦ ਟਰੂ ਹੈਪੀਨੈਸ। ਪਲੇਜ਼ਰ ਨਹੀਂ, ਟਰੂ ਹੈਪ। ਤੁਸੀਂ ਲਿਟਰਲੀ ਅੰਦਰੋਂ ਖੁਸ਼ ਹੁੰਦੇ ਹੋ ਕਿ ਹਾਂ, ਕਿਉਂਕਿ ਜਦੋਂ ਤੁਸੀਂ ਉਸ ਮੋਡ 'ਚ ਹੈਗੇ ਸ਼ੁਕਰਾਨੇ 'ਚ, ਆਲ ਯੂ ਸੀਇੰਗ ਇਜ਼ ਤੁਹਾਡੀ ਲਾਈਫ 'ਚ ਅੱਛਾ ਕੀ ਹੈ, ਤੁਹਾਨੂੰ ਗਲਤ ਚੀਜ਼ ਨਹੀਂ ਦਿਖ ਰਹੀ, ਕਿਉਂਕਿ ਤੁਸੀਂ ਹਮੇਸ਼ਾ ਫੋਕਸ ਕਿੱਥੇ ਕਰਨਾ ਹੈ, ਅਸੀਂ ਹਮੇਸ਼ਾ ਸ਼ੁਕਰਾਨੇ ਵੱਲ ਫੋਕਸ ਕਰਨਾ। ਐਂਡ ਆਟੋਮੈਟਿਕਲੀ ਯੋਰ ਮਾਈਂਡ, ਜਦੋਂ ਮੈਂ ਇਹ ਆਪਣਾ 21 ਡੇਜ਼ ਦਾ ਜਰਨਲ ਕੀਤਾ ਸੀ, ਮੈਂ ਧਿਆਨ 'ਚ ਆਈ ਸੀ, ਪਰ ਮੈਂ ਧਿਆਨ ਸਿਰਫ ਆਲਮੋਸਟ 15-20 ਮਿੰਟ ਮੈਂ ਸਟਾਰਟਿੰਗ ਆਪਣਾ ਧਿਆਨ ਏਦਾਂ ਕੀਤਾ, ਫਿਰ ਮੈਂ ਧੀਰੇ ਧੀਰੇ ਵਧਾਉਣਾ ਸ਼ੁਰੂ ਕੀਤਾ। ਬਟ ਜਿਹੜਾ 21 ਦਿਨ 'ਚ ਕਹਿੰਦੇ ਨਾ ਕਿ ਮੈਂ ਨਵੀਂ ਟਰਾਂਸਫਾਰਮ ਹੋ ਗਈ ਸੀ, ਬਿਕਾਜ਼ ਜਦੋਂ ਮੈਂ ਆਪਣੇ ਬਾਰੇ ਲਿਖਣਾ ਸ਼ੁਰੂ ਕੀਤਾ ਕਿ ਮੇਰੇ ਲਾਈਫ 'ਚ ਇੰਨੇ ਜ਼ਿਆਦਾ ਮੇਰੇ ਕੋਲ ਬਲੇਸਿੰਗਸ ਹੈਗੀਆਂ ਹਰ ਇੱਕ ਚੀਜ਼ ਨੂੰ, ਬਿਕਾਜ਼ ਤੁਸੀਂ ਕਿ ਅਸੀਂ ਉਹੀ ਨਾ, ਅਸੀਂ ਪੈਟਰਨ ਤੇ ਹੈਗੇ ਆ। ਅਸੀਂ ਚਾਰ ਚੀਜ਼ ਦੇਖਦੇ ਹਾਂ ਕਿ ਹਾਂ, ਕਿਉਂਕਿ ਜੇ ਮੇਰੇ ਕੋਲ ਪੈਸਾ ਨਹੀਂ ਆਇਆ, ਜੇ ਮੇਰੇ ਕੋਲ ਜੌਬ ਨਹੀਂ ਹੈ, ਤੇ ਮੇਰੇ ਕੋਲ ਕੋਈ ਬਲੇਸਿੰਗ ਨਹੀਂ ਹੈ। ਪਰ ਜਦੋਂ ਤੁਸੀਂ ਬੈਠ ਕੇ ਸੋਚਦੇ ਹੋ, ਦਿਮਾਗ ਲਗਾਉਂਦੇ ਹੋ, ਕਿ ਤੁਹਾਨੂੰ ਇੱਕ ਦਿਨ ਤੁਹਾਨੂੰ ਸਿਰਫ ਕਹੇਗਾ ਅੱਛਾ ਮੈਨੂੰ ਮੇਰੇ ਘਰ ਹੈ 4 ਬਲੇਸਿੰਗ, ਪਰ ਤੁਸੀਂ ਜਦੋਂ ਬੈਠ ਕੇ ਧੀਰੇ ਧੀਰੇ ਇੱਕ ਕਹਿੰਦੇ ਨਾ ਪਰਤ ਪਰ ਪਰਤ ਦੇਖਣਾ ਸ਼ੁਰੂ ਕਰ ਦਿਓ ਕਿ ਤੁਹਾਡੀ ਬਲੇਸਿੰਗਸ ਕਿੰਨੀਆਂ ਜ਼ਿਆਦਾ ਹੈ, ਤੁਹਾਨੂੰ ਇੱਕ ਚੀਜ਼ 'ਚ ਬਲੇਸਿੰਗ ਦਿੱਤੀ, ਤੁਹਾਡਾ ਆਪੇ ਹੀ ਕਹਿੰਦੇ ਨਾ ਐਵਰੀਥਿੰਗ ਚੇਂਜਸ। ਤੁਹਾਡਾ ਕੌਨਫੀਡੈਂਸ ਵਧਣਾ ਸ਼ੁਰੂ ਹੋ ਜਾਂਦਾ ਹੈ। ਕੌਨਫੀਡੈਂਸ ਕਿੱਦਾਂ ਕਿ ਜੋ ਕੁਝ ਮੇਰੀ ਲਾਈਫ 'ਚ ਹੋ ਰਿਹਾ ਅੱਛਾ ਹੋ ਰਿਹਾ ਹੈ, ਤਾਂ ਆਫ ਕੋਰਸ ਯੂ ਵਿਲ ਬੀ ਕੌਨਫੀਡੈਂਟ। ਤੁਹਾਨੂੰ ਲੱਗੇਗਾ ਹੀ ਨਹੀਂ ਮੇਰੀ ਲਾਈਫ 'ਚ ਕੁਝ ਗਲਤ ਹੋ ਰਿਹਾ ਹੈ, ਤੁਸੀਂ ਕੌਨਫੀਡੈਂਸ ਤੁਹਾਡਾ ਆਪੇ ਵਧੇਗਾ। ਐਂਪਲੀਫਾਈ ਯੋਰ ਮੈਨੀਫੈਸਟੇਸ਼ਨ। ਜਦੋਂ ਤੁਸੀਂ ਗ੍ਰੈਟੀਟਿਊਡ ਲੈਵਲ ਤੇ ਹੁੰਦੇ ਹੋ, ਗ੍ਰੈਟੀਟਿਊਡ ਜਦੋਂ ਵੀ ਤੇ ਹੁੰਦੇ, ਤੁਹਾਡੀ ਵਾਈਬ੍ਰੇਸ਼ਨਸ ਬਹੁਤ ਹਾਈ ਹੋ ਜਾਂਦੀਆਂ। ਅੱਗੇ ਜਾ ਕੇ ਮੈਂ ਤੁਹਾਨੂੰ ਚਾਰਟ ਦਿਖਾਉਂਗੀ ਤੇ ਇਹਦੀ ਗ੍ਰੈਟੀਟਿਊਡ ਦੀ ਵਾਈਬ੍ਰੇਸ਼ਨਸ ਬਹੁਤ ਹਾਈ ਹੈ। ਜਦੋਂ ਤੁਸੀਂ ਉਸ ਹਾਇਰ ਵਾਈਬ੍ਰੇਸ਼ਨ ਤੇ ਹੋ, ਤੁਹਾਡੀ ਆਪੇ ਹੀ ਮੈਨੀਫੈਸਟੇਸ਼ਨ ਐਂਪਲੀਫਾਈ ਹੋ ਜਾਂਦੀ ਹੈ, ਤੁਹਾਡੀ ਫ੍ਰੀਕੁਐਂਸੀ ਲੈਵਲ ਇੰਕਰੀਜ਼ ਹੁੰਦੀ ਹੈ। ਸੋ ਨਾਓ ਇਜ਼
ਜੇ ਤੁਸੀਂ ਇਹ ਚਾਰਟ ਦੇਖੋ, ਸਭ ਤੋਂ ਥੱਲੇ ਜਿਹੜੀਆਂ ਲੋਅਰ ਫ੍ਰੀਕੁਐਂਸੀਜ਼ ਹੈ ਉਹ ਹੈ ਤੁਹਾਡੀ ਡਿਪਰੈਸ਼ਨ, ਐਂਜ਼ਾਈਟੀ, ਇਨਸਿਕਿਉਰਿਟੀ, ਗ੍ਰੀਫ, ਗੁੱਸਾ, ਜੈਲਸੀ, ਹੇਟਰੇਡ, ਇਹ ਸਾਰੀ ਹੈ। ਜਦੋਂ ਤੁਸੀਂ ਉੱਪਰ ਜਾਂਦੇ ਹੋ, ਗ੍ਰੈਟੀਟਿਊਡ ਤੁਸੀਂ ਦੇਖੋਗੇ, ਉਹ ਕਹਿੰਦੇ ਗੋਡ ਕੌਨਸ਼ੀਅਸਨੈਸ ਦੀ 1000 ਫ੍ਰੀਕੁਐਂਸੀ ਤੇ ਹੈ, ਤੇ ਗ੍ਰੈਟੀਟਿਊਡ ਤੁਹਾਡਾ 900 ਫ੍ਰੀਕੁਐਂਸੀ ਤੇ ਹੈ। ਤੁਹਾਡੇ ਖੁਸ਼ੀ ਤੋਂ ਵੀ ਉੱਪਰ ਤੁਹਾਡਾ ਗ੍ਰੈਟੀਟਿਊਡ ਹੈ, ਸ਼ੁਕਰਾਨਾ। ਔਰ ਜਦੋਂ ਤੁਸੀਂ ਇਸ ਹਾਇਰ ਫ੍ਰੀਕੁਐਂਸੀ ਤੇ ਵਾਈਬ੍ਰੇਟ ਕਰ ਰਹੇ ਹੋ, ਤੁਹਾਡੇ ਬਿਲੀਫ ਸਿਸਟਮਸ, ਤੁਹਾਡੀ ਹਰ ਚੀਜ਼ ਬੜੇ ਆਰਾਮ ਨਾਲ ਜਾਏਗੀ। ਤੁਸੀਂ ਹਰ ਚੀਜ਼ ਨੂੰ ਆਰਾਮ ਨਾਲ ਮੈਨੀਫੈਸਟ ਕਰ ਪਾਓਗੇ। ਮੈਂ ਅੱਜ ਇਹ ਟੌਪਿਕ ਐਫਰਮੇਸ਼ਨਸ ਤੋਂ ਪਹਿਲਾਂ ਕਿਉਂ ਲਿਆ ਗ੍ਰੈਟੀਟਿਊਡ ਦਾ, ਕਿਉਂਕਿ ਜੇ ਅਸੀਂ ਇੱਕ ਧਰਤੀ 'ਚ ਕੋਈ ਬੀਜ ਪਾਣਾ ਹੈ, ਹੁਣ ਅਸੀਂ ਕੱਲ ਆਪਣੇ ਜਿਹੜੇ ਪੁਰਾਣੇ ਬੀਜ ਅਸੀਂ ਆਲਰੇਡੀ ਉਹਨਾਂ ਨੂੰ ਕੱਢ ਲਿਆ, ਹੁਣ ਉਹ ਧਰਤੀ ਬਿਲਕੁਲ ਬੰਜਰ ਹੈ, ਅਸੀਂ ਉਹਨੂੰ ਹੁਣ ਬਿਲਕੁਲ ਕਹਿੰਦੇ ਨਾ ਉਪਜਾਊ ਬਣਾਤਾ, ਗ੍ਰੈਟੀਟਿਊਡ ਪਾ ਕੇ ਉਹਨੂੰ ਉਪਜਾਊ ਬਣਾ ਦਾਂਗੇ ਕਿ ਜਦੋਂ ਅਸੀਂ ਆਪਣੇ ਆਪ ਨਿਊ ਬਿਲੀਫ ਸਿਸਟਮ ਉਹਦੇ ਵਿੱਚ ਪਾਵਾਂਗੇ, ਉਹ ਇੱਕਦਮ ਪੌਦਾ ਬਣ ਕੇ ਆ ਜਾਏਗਾ। ਸਾਨੂੰ ਬੰਜਰ ਧਰਤੀ ਦੇ ਵਿੱਚ ਕੁਝ ਵੀ ਪਾਓਗੇ, ਤੁਹਾਨੂੰ ਕਿੰਨੀ ਮਿਹਨਤ ਕਰਨੀ ਪਏਗੀ। ਸੋ ਸ਼ੁਕਰਾਨਾ ਇੰਨਾ ਜ਼ਰੂਰੀ ਹੈ ਕਿ ਤੁਹਾਨੂੰ ਬਿਲਕੁਲ ਹਰ ਚੀਜ਼ ਨੂੰ ਤੁਹਾਡੇ ਉਸ ਲੈਵਲ ਤੇ ਆ ਜਾਂਦਾ ਹੈ। ਜਿਹੜਾ ਬੰਦਾ ਸ਼ੁਕਰਾਨੇ ਦੇ ਭਾਵ 'ਚ ਹੈਗਾ, ਉਹਦੀ ਲਾਈਫ 'ਚ ਹਮੇਸ਼ਾ ਤੁਸੀਂ ਮੇਬੀ ਉਸ ਟਾਈਮ ਤੇ ਤੁਹਾਨੂੰ ਪ੍ਰੋਬਲਮਸ ਆਣ, ਪਰ ਉਹਦੀ ਲਾਈਫ 'ਚ ਕਦੀ ਅਬੰਡੈਂਸ ਖਤਮ ਨਹੀਂ ਹੋ ਸਕਦੀ। ਹਰ ਚੀਜ਼ ਨੂੰ ਸ਼ੁਕਰਾਨੇ ਦੇ ਭਾਵ ਦੇਖੋ। ਤੇ ਹੁਣ ਅਸੀਂ ਕਿੱਦਾਂ ਸ਼ੁਕਰਾਨਾ ਕਰ ਸਕਦੇ ਹਾਂ? ਟੈਕਨੀਕਸ ਕੀ ਹੈ? ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਆਪਣੀ ਇੱਕ ਜਰਨਲ ਬਣਾਓ। ਦੇਖੋ ਮੇਰਾ ਹਜੇ ਵੀ ਜਰਨਲ ਹੈ, ਇਹ 21 ਡੇਜ਼ ਦਾ ਜਿਹੜਾ ਮੈਂ ਉਦੋਂ ਬਣਾਇਆ ਸੀ, ਮੇਰਾ ਇਹਨੂੰ ਮੈਂ ਗ੍ਰੈਟੀਟਿਊਡ ਜਰਨਲ ਬੋਲਦੀ ਆ। ਪਰ ਵੈਸੇ ਤਾਂ ਮੈਂ 10 ਕੀਤੇ ਸੀ, ਬਟ ਜੇ ਤੁਸੀਂ 5 ਕਰ ਸਕਦੇ ਹੋ। ਸਵੇਰੇ ਉੱਠਦੇ, ਜਦੋਂ ਤੁਸੀਂ ਉੱਠਦੇ ਹੋ, ਆਪਣੇ ਆਪਣਾ ਕਾਪੀ ਤੇ ਪੈਨਸਿਲ ਆਪਣੇ ਨਾਲ ਰੱਖੋ। ਮੈਂ ਹਮੇਸ਼ਾ ਕਹਿੰਦੀ ਹਾਂ ਸਵੇਰੇ ਉੱਠ ਕੇ ਪਹਿਲਾਂ ਫੋਨ ਨਾ ਦੇਖੋ। ਜਦੋਂ ਤੁਸੀਂ ਆਪਣਾ ਅਲਾਰਮ ਤੋਂ ਉੱਠਦੇ ਹੋ, ਉੱਠਦੇ ਸਾਰ ਪਹਿਲਾਂ 5 ਚੀਜ਼ਾਂ ਜੋ ਤੁਹਾਡੀ ਲਾਈਫ 'ਚ ਗ੍ਰੈਟੀਟਿਊਡ ਦੀਆਂ ਹੈਗੇ, ਜਦੋਂ ਲੱਗਦੀ ਹੈ ਕਿ ਸ਼ੁਕਰਾਨੇ ਦੀਆਂ ਬਲੇਸਿੰਗਸ ਹੈ, ਉਹ ਲਿਖੋ ਹਰ ਦਿਨ। ਔਰ ਇਹ 21 ਡੇਜ਼ ਰੈਗੂਲਰ ਕਰੋ। ਜੋ ਅੱਜ ਲਿਖਿਆ ਹੈ ਉਹ ਕੱਲ ਨਹੀਂ, ਹਰ ਚੀਜ਼ ਨਵੀਂ ਲਿਖੋ। ਹੁਣ ਜਦੋਂ ਮੈਂ ਸ਼ੁਰੂ ਕੀਤਾ ਸੀ, ਮੈਨੂੰ ਲੱਗਦਾ ਸੀ ਗ੍ਰੈਟੀਟਿਊਡ 'ਚ ਵੀ ਮੈਂ 5 ਦਿਨ ਤੇ ਮੈਂ ਅੱਜ ਆਪਣੇ ਬੱਚਿਆਂ ਲਈ ਸ਼ੁਕਰਾਨਾ ਕਰਤਾ, ਘਰ ਲਈ ਕਰਤਾ, ਹਸਬੈਂਡ ਲਈ ਕਰਤਾ, ਫੈਮਿਲੀ ਲਈ। ਉਸ ਤੋਂ ਬਾਅਦ ਕੀ ਕਰਾਂਗੀ? ਸੋ ਧੀਰੇ ਧੀਰੇ ਤੁਸੀਂ ਕਰਦੇ ਹੋ, ਤੁਸੀਂ ਹਰ ਇੱਕ ਚੀਜ਼ ਦਾ ਸ਼ੁਕਰਾਨਾ ਕਰਦੇ ਹੋ। ਤੁਹਾਡੇ ਹੱਥ 'ਚ ਪੈਨ ਹੈ, ਪੈਨ ਦਾ ਵੀ ਸ਼ੁਕਰਾਨਾ ਕਰੋ, ਕਿਉਂਕਿ ਇਹ ਤੁਹਾਨੂੰ ਲਿਖਣ ਨੂੰ ਦੇ ਰਿਹਾ ਹੈ। ਤੁਹਾਡੇ ਫੋਨ ਦਾ, ਕ੍ਰੈਡਿਟ ਕਾਰਡ ਦਾ, ਆਪਣੇ ਪੈਰ, ਆਪਣੇ ਇੱਕ ਬੋਡੀ ਪਾਰਟ ਦਾ। ਜੇ ਤੁਹਾਡੇ ਪੈਰ ਹੈ, ਤੁਹਾਨੂੰ ਚੱਲਣ 'ਚ ਕਰਦੇ ਹੈ, ਨੇਚਰ ਦਾ, ਉਸ 'ਚ ਕਿੰਨੀ ਆਕਸੀਜਨ ਹੈ। ਜਿਸ ਬੈੱਡ ਤੇ ਬੈਠਦੇ ਹੋ, ਉਸ ਬੈੱਡ ਦਾ, ਤਾਂ ਕਿ ਤੁਸੀਂ ਉਹ ਤੁਹਾਨੂੰ ਇੰਨੀ ਅੱਛੀ ਨੀਂਦ ਦੇ ਰਿਹਾ ਹੈ। ਜਦੋਂ ਤੁਸੀਂ ਲਿਖਣਾ ਸ਼ੁਰੂ ਕਰੋਗੇ ਹਰ ਰੋਜ਼ 5 ਕਰਕੇ 21 ਦਿਨ, ਔਰ ਇਹ ਵਿੱਚ ਇਹ ਨਹੀਂ ਕਿ ਮੈਂ 2 ਦਿਨ ਲਿਖਿਆ ਤੇ ਇਸੇ ਦਿਨ ਛੱਡਤਾ, ਕਿਉਂਕਿ ਤੁਹਾਨੂੰ ਦੱਸੀ ਮੈਂ 21 ਡੇਜ਼ ਦੀ ਸਾਇੰਸ ਦੱਸੀ ਸੀ ਕਿ ਕਿਸੇ ਵੀ ਆਦਤ ਨਵੀਂ ਜਾਂ ਚੇਂਜ ਕਰਨ ਲਈ ਸਾਨੂੰ ਆਲਮੋਸਟ 21 ਦਿਨ ਚਾਹੀਦੇ ਆ। ਸੋ 21 ਡੇਜ਼ ਜ਼ਰੂਰ ਲਿਖੋ। ਇੱਕ ਹੋਰ ਹੈਗਾ 21 ਡੇਜ਼ ਟੈਕਨੀਕ, ਇਹ ਜ਼ਰੂਰ ਲਿਖੋ। ਉਸ ਤੋਂ ਬਾਅਦ ਜਦੋਂ ਤੁਸੀਂ 2-3 ਦਿਨ ਚ ਨਾਰਮਲ ਹੋ ਜਾਓਗੇ, ਫਿਰ ਇੱਕ ਦਿਨ ਬੈਠ ਕੇ ਲਿਖੋ ਕਿ ਤੁਹਾਡੇ ਜਿਹੜੇ ਸਭ ਤੋਂ ਕਲੋਜ਼ ਰਿਸ਼ਤੇ ਹੈ, ਉਹਨਾਂ ਦਾ ਸ਼ੁਕਰਾਨਾ ਕਰੋ। ਉਹਨਾਂ ਦੀ ਬਲੇਸਿੰਗਸ ਨੇ ਤੁਹਾਡੀ ਲਾਈਫ 'ਚ ਕਿੱਦਾਂ ਚੇਂਜ ਕੀਤਾ। ਤੁਹਾਡੇ ਜਿਹੜਾ ਵੀ ਤੁਹਾਡਾ ਹੈ, ਜਿਨ੍ਹਾਂ ਨੇ ਤੁਹਾਨੂੰ ਲਾਈਫ 'ਚ ਦੁੱਖ ਦਿੱਤਾ, ਉਹਨਾਂ ਬਾਰੇ ਲਿਖੋ ਕਿ ਉਹ ਦੁੱਖ ਤੁਹਾਡੀ ਲਾਈਫ 'ਚ ਉਹਨਾਂ ਨੇ ਦਿੱਤਾ, ਉਹਨਾਂ ਨੇ ਤੁਹਾਨੂੰ ਲਾਈਫ 'ਚ ਕਿੱਦਾਂ, ਜਿਹੜਾ ਵੀ ਤੁਹਾਡੀ ਲਾਈਫ 'ਚ ਕੋਈ ਦੁੱਖ ਆਏਗਾ, ਦੇਖੋ ਤੁਸੀਂ ਹੋਰ ਸਟਰੋਂਗ ਬਣ ਜਾਂਦੇ ਹੋ, ਤੁਸੀਂ ਹੋਰ ਪਾਵਰਫੁਲ ਬਣ ਜਾਂਦੇ ਹੋ। ਉਸ ਟਾਈਮ ਠੀਕ ਹੈ ਤੁਹਾਨੂੰ ਲੱਗਦਾ ਹੈ, ਪਰ ਜਦੋਂ ਤੁਸੀਂ ਉਸ ਚੀਜ਼ ਤੋਂ ਬਾਹਰ ਨਿਕਲਦੇ, ਤੁਸੀਂ ਕਿੰਨਾ ਕੁਝ ਸਿੱਖ ਕੇ ਨਿਕਲਦੇ ਹੋ। ਫਿਰ ਹੈ ਜਿਹੜੇ ਸਿਚੁਏਸ਼ਨਸ ਨੇ ਤੁਹਾਨੂੰ ਕੀ ਸਿਖਾਇਆ। ਹੁਣ ਇਹ ਪੈਂਡੇਮਿਕ ਸੀਗਾ, ਪੈਂਡੇਮਿਕ 'ਚ ਬਹੁਤ ਲੋਕਾਂ ਨੇ ਦੁੱਖ ਕੀਤਾ, ਪਰ ਬਹੁਤ ਲੋਕਾਂ ਨੇ ਬਹੁਤ ਕੁਝ ਸਿੱਖਿਆ। ਇਹ ਧਿਆਨ, ਕਹਿੰਦੇ ਨਾ ਜਿਹੜਾ ਧਿਆਨ ਜਗਤ ਹੈ, ਲੋਕੀ ਪੈਂਡੇਮਿਕ 'ਚ ਕਿੰਨੀ ਸਾਰੀ ਮੈਡੀਟੇਸ਼ਨ 'ਚ ਜੁੜੇ, ਕਿੰਨੀ ਤੁਹਾਡੀ ਲਾਈਫ ਚੇਂਜ ਹੋਈ। ਸੋ ਅਸੀਂ ਪ੍ਰੋਬਲਮਸ ਰਹਿਣਗੀਆਂ, ਪ੍ਰੋਬਲਮਸ ਚੇਂਜ ਨਹੀਂ ਹੋਣੀਆਂ, ਬਟ ਅਸੀਂ ਆਪਣੇ ਫੋਕਸ ਨੂੰ ਸ਼ਿਫਟ ਕਰਨਾ ਹੈ। ਤੇ ਜਦੋਂ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ, ਤੁਹਾਡਾ ਫੋਕਸ ਆਪੇ ਧੀਰੇ ਧੀਰੇ ਸ਼ਿਫਟ ਹੋ ਜਾਂਦਾ। ਤੁਹਾਨੂੰ ਬਾਰ-ਬਾਰ ਆਪਣੇ ਆਪ ਨੂੰ ਰਿਮਾਈਂਡ ਕਰਾਉਣਾ ਨਹੀਂ ਪੈਂਦਾ। ਜੇ ਤੁਸੀਂ ਸਵੇਰੇ ਉੱਠ ਕੇ ਆਪਣੇ 5 ਸ਼ੁਕਰਾਨੇ ਤੇ ਲਿਖੋਗੇ, ਤੁਸੀਂ ਦੇਖੋਗੇ ਤੁਸੀਂ ਉਸ ਤੋਂ ਬਾਅਦ ਤੁਹਾਡੀ ਆਪੇ એનર્ਜੀ ਹਾਈ ਹੋ ਜਾਏਗੀ। ਯੂ ਆਰ ਆਲਰੇਡੀ ਔਨ ਦ ਫ੍ਰੀਕੁਐਂਸੀ ਲੈਵਲ। ਇੱਕ ਹੋਰ ਹੈ ਆਰੇਗਾਟੋ ਮਨੀ। ਅਸੀਂ ਸਾਰੇ ਟੈਕਨੀਕ ਹੈ ਆਰੇਗਾਟੋ ਮਨੀ। ਉਹ ਇੱਕ ਹੈਗਾ ਕੈਨ ਹੋਂਡਾ, ਉਹ ਜਾਪਾਨ ਦਾ ਆਥਰ ਹੈ। ਉਹਨੇ ਬਹੁਤ ਸਾਰੀ ਜਾਪਾਨ ਬੁੱਕ ਆਥਰ ਲਿਖੇ ਹੈ। ਉਹਨੇ 12,000 ਮਿਲੀਅਨਰਸ ਦੀ ਜਿਹੜੇ ਮਿਲੀਅਨਰਸ ਹੈਗੇ, ਉਹਨਾਂ ਦੀ ਇੰਟਰਵਿਊ ਕੀਤੀ ਸੀ। ਉਸ 'ਚ ਇੱਕ ਬਿਲੀਅਨਰ ਹੈਗਾ ਵਾਹੇ, ਉਹਨੂੰ ਜਾਪਾਨ ਦਾ ਵਾਰਨ ਬਫੇ ਵੀ ਕਹਿੰਦੇ ਹੈ। ਉਹਨੇ ਉਹਦੀ ਇੰਟਰਵਿਊ ਕੀਤੀ ਤੇ ਉਹਨਾਂ ਨੂੰ ਪੁੱਛਿਆ ਵੀ ਤੇਰੇ ਕੋਲ ਇੰਨੀ ਵੈਲਥ ਹੈ, ਔਰ ਤੇਰੀ ਵੈਲਥ ਘਟਦੀ ਨਹੀਂ, ਤੇਰੀ ਵੈਲਥ ਵੱਧਦੀ ਜਾ ਰਹੀ ਹੈ, ਔਰ ਤੂੰ ਇੰਨਾ ਖੁਸ਼ ਹੈ, ਤੇ ਤੇਰਾ ਫਾਰਮੂਲਾ ਕੀ ਹੈ? ਉਹਨੇ ਕਿਹਾ ਸੀ ਆਰੇਗਾਟੋ। ਹਰ ਚੀਜ਼ ਨੂੰ ਐਪਰੀਸ਼ੀਏਟ ਕਰੋ, ਹਰ ਚੀਜ਼ ਨੂੰ
ਗ੍ਰੈਟੀਟਿਊਡ ਚ ਰੱਖੋ। ਉਹ ਕਹਿੰਦਾ ਜਦੋਂ ਮੈਂ ਪੈਸਾ ਦੇਣਾ ਵੀ ਆ, ਜੇ ਸਪੋਜ਼ ਹੁਣ ਇੱਕ ਬਿਜ਼ਨਸਮੈਨ ਨੂੰ ਦੇਖ ਲਓ, ਜਦੋਂ ਬਿਜ਼ਨਸਮੈਨ ਨੇ ਆਪਣੇ ਬਿਲਸ ਲਿਖਣੇ ਹੁੰਦੇ ਆ, ਅਸੀਂ ਵੀ ਕ੍ਰੈਡਿਟ ਰਿਵਾਰਡ ਅਸੀਂ ਕਹਿੰਦੇ ਆਏ ਹਾਏ ਅੱਜ ਬਿੱਲ ਆ ਗਿਆ। ਅਸੀਂ ਕਿਉਂਕਿ ਪੈਸਾ ਇੱਕ એનર્ਜੀ ਹੈ, ਅਸੀਂ ਪੈਸਾ ਕਿੱਦਾਂ, ਅਸੀਂ ਕਿਸ એનર્ਜੀ ਨਾਲ ਪਾ ਰਹੇ ਹਾਂ। ਕਿਸੇ ਨੂੰ ਵੀ ਪੈਸਾ ਦਿਓ, ਕੋਈ ਵੀ ਗਿਫਟ ਦਿਓ, ਉਹਨੂੰ ਥੈਂਕ ਯੂ ਕਰਕੇ, ਉਹਨੂੰ ਪਿਆਰ ਨਾਲ, ਉਹਨੂੰ ਉਸ એનર્ਜੀ ਨੂੰ ਅਬੰਡੈਂਸ ਦੀ એનર્ਜੀ ਪਾ ਕੇ ਦਿਓ ਕਿ ਜਿਹਦੇ ਕੋਲ ਵੀ ਜਾ ਰਿਹਾ ਹੈ। ਜੇ ਤੁਸੀਂ ਅੱਜ ਮੇਰੇ ਕੋਲ ਪੈਸਾ ਸੀ, ਮੈਂ ਕਿਸੇ ਹੋਰ ਨੂੰ ਸਪੋਜ਼ ਬਿੱਲ ਦੇ ਰਹੀ ਹਾਂ, ਤੇ ਉਹ ਜਿਹਦੇ ਕੋਲ ਪੈਸਾ ਜਾ ਰਿਹਾ ਉਹਦੇ ਕੋਲ ਵੀ ਅਬੰਡੈਂਸ ਜਾਏ। ਜੇ ਉਸ ਬੰਦੇ ਕੋਲ ਏਦਾਂ ਹੀ ਜੇ ਹਰ ਕੋਈ ਅਬੰਡੈਂਸ ਦੀ એનર્ਜੀ ਦੇਗਾ ਤੇ ਹਰ ਜਗ੍ਹਾ ਤੁਸੀਂ ਅਬੰਡੈਂਸ ਦੋਗੇ, ਤੁਹਾਡੇ ਕੋਲ ਅਬੰਡੈਂਸ ਆਏਗੀ। ਇਹ ਯੂਨੀਵਰਸ ਦਾ ਲਾਅ ਹੈ। ਜੇ ਤੁਸੀਂ ਗੁੱਸੇ ਨਾਲ ਪੈਸੇ ਦੋਗੇ, ਸਕਾਰਸਿਟੀ ਦੇ ਆਪਣੇ ਉਹ ਘਾਟ ਦੀ ਚੇਤਨਾ ਚ ਦੋਗੇ, ਤੁਹਾਡੇ ਕੋਲ, ਤੁਹਾਨੂੰ ਹਮੇਸ਼ਾ ਲੈਕ ਹੀ ਰਹੇਗਾ। ਤੁਹਾਡੇ ਕੋਲ ਕਰੋੜਾਂ ਰੁਪਏ ਵੀ ਹੋ ਜਾਏਗਾ, ਤੁਸੀਂ ਵੀ ਕਹੋਗੇ ਕਿ ਮੇਰੇ ਕੋਲ ਘੱਟ ਹੈ। ਤੁਸੀਂ ਹਮੇਸ਼ਾ ਉਸ ਘਾਟ ਦੀ ਚੇਤਨਾ ਚ ਰਹੋਗੇ। ਸੋ ਆਰੇਗਾਟੋ ਮਨੀ ਬਹੁਤ ਜ਼ਰੂਰੀ ਹੈ। ਜਦੋਂ ਵੀ ਕੋਈ ਵੀ ਪੈਸਾ ਦੋ ਜਾਂ ਕੋਈ ਗਿਫਟ ਦੋ, ਕੁਝ ਵੀ ਦੋ, ਹਮੇਸ਼ਾ ਥੈਂਕ ਯੂ ਕਰਕੇ। ਕਹਿੰਦੇ ਥੈਂਕ ਯੂ ਇਜ਼ ਦਾ ਮੋਸਟ ਪਾਵਰਫੁਲ ਵਰਡ। ਉਹਦੀ ਫ੍ਰੀਕੁਐਂਸੀ ਬੜੀ ਹਾਈ ਹੈ, ਪਰ ਜੇ ਅਸੀਂ ਉਹਨੂੰ ਦਿਲ ਨਾ ਕਹੀਏ। ਅੱਜ ਕੱਲ ਐਵਰੀਬਡੀ ਸੇਜ਼ ਥੈਂਕ ਯੂ, ਐਵਰੀਬਡੀ ਸੇਜ਼ ਸੌਰੀ, ਬੜਾ ਨਾਰਮਲ ਹੈ। ਮੈਂ ਤੁਹਾਨੂੰ ਦੱਸਦੀ ਹਾਂ, ਮੇਰੀ 18 ਮਹੀਨੇ ਦੀ ਬੇਟੀ, 2 ਮਹੀਨੇ ਦੀ ਬੇਟੀ ਸਕੂਲ ਜਾਂਦੀ ਸੀ। ਉਦੋਂ ਮੈਂ ਦੇਖਿਆ ਸੀ, ਉੱਥੇ ਸਕੂਲ ਸੀਗੀ, ਬੱਚੇ ਖੇਲ ਰਹੇ ਸੀ, ਤਾਂ ਮੇਰੀ ਬੇਟੀ ਤੋਂ ਕਿਸੇ ਬੱਚੇ ਨੂੰ ਧੱਕਾ ਲੱਗ ਗਿਆ, ਬੱਚਾ ਗਿਰ ਗਿਆ। ਸੋ ਐਜ਼ ਯੂਜੁਅਲ ਮੈਨੂੰ ਕਿਹਾ ਅਨਾਇਆ ਗੋ ਸੇ ਸੌਰੀ। ਟੀਚਰ ਨੇ ਕਿਹਾ ਤੁਸੀਂ ਸੌਰੀ ਨਹੀਂ ਕਹਿਣਾ। ਉਹ ਮੌਂਟੇਸੋਰੀ ਜਾਂਦੀ ਹੈ, ਕਹਿੰਦੀ ਹੈ ਸੌਰੀ ਕਹਿਣਾ ਬੜਾ ਆਸਾਨ ਹੈ, ਜੇ ਤੁਸੀਂ ਸੌਰੀ ਨੂੰ ਫੀਲ ਹੀ ਨਹੀਂ ਕੀਤਾ, ਸੌਰੀ ਕਿਉਂ ਕਹੋਗੇ। ਉਹਨਾਂ ਨੇ, ਮੈਂ ਦੇਖਿਆ ਮੇਰੀ 2 ਸਾਲ ਦੀ ਬੇਟੀ ਨੇ, ਉਹ ਉੱਥੇ ਅੰਦਰ ਗਈ, ਉਹਦੀ ਵਾਟਰ ਬੋਟਲ ਫੜੀ, ਜੇ ਬੱਚਾ ਗਿਰਿਆ ਸੀ, ਉਹਦੀ ਵਾਟਰ ਬੋਟਲ ਲਈ, ਉਹਦੇ ਕੋਲ ਗਈ, ਉਹਨੂੰ ਹੱਗ ਕੀਤਾ, ਉਹਨੂੰ ਪੁੱਛਿਆ ਤੂੰ ਕਿੱਦਾਂ ਫੀਲ ਕਰ ਰਿਹਾ, ਉਹਨੂੰ ਪਾਣੀ ਪਿਲਾਇਆ, ਔਰ ਕਹਿੰਦੀ ਹੈ ਹੁਣ ਤੂੰ ਠੀਕ ਹੈ, ਅਸੀਂ ਖੇਲੀਏ। ਉਹਨੇ ਸੌਰੀ ਨਹੀਂ ਬੋਲਿਆ, ਬਟ ਜੋ ਉਹਨੇ ਇਮੋਸ਼ਨਸ ਦਿੱਤੇ। ਅਸੀਂ ਹਰ ਚੀਜ਼ ਨੂੰ ਸੌਰੀ ਥੈਂਕ ਯੂ ਤੋਂ ਅਸੀਂ ਆਰਾਮ ਨਾਲ, ਉਹ ਕਹਿੰਦੇ ਨਾ ਅੰਗਰੇਜ਼ਾਂ ਨੇ 2 ਵਰਡ ਦਿੱਤੇ, ਸੌਰੀ ਤੇ ਥੈਂਕ ਯੂ, ਅਸੀਂ ਉਹ ਸ਼ੁਰੂ ਕਰਤੇ। ਥੈਂਕ ਯੂ ਕਹਿਣਾ, ਜੇ ਅਸੀਂ ਥੈਂਕ ਯੂ ਨੂੰ ਮੰਨਦੇ ਹੀ ਨਹੀਂ, ਅਸੀਂ ਕਿਸੇ ਨੂੰ, ਹੁਣ ਫੇਸਬੁੱਕ ਤੇ ਹਰ ਕੋਈ ਹਰ ਕਿਸੇ ਦੀ ਫੋਟੋ ਲਾਈਕ ਕਰ ਰਿਹਾ, ਇੱਕ ਬਟਨ ਹੈ ਦਬਾਤਾ, ਅਸੀਂ ਦਿਲੋਂ ਕਰ ਰਹੇ ਹਾਂ। ਅਸੀਂ એનર્ਜੀ, ਜੇ ਹੁਣ ਤੁਹਾਨੂੰ ਪਤਾ ਅਸੀਂ એનર્ਜੀ ਦੀ ਗੱਲ ਕਰ ਰਹੇ ਹਾਂ, એનર્ਜੀ ਕੀ ਹੈ। ਜੇ ਅਸੀਂ ਮਕੈਨੀਕਲ ਹੋ ਗਿਆ, ਥੈਂਕ ਯੂ ਬੋਲਤਾ, ਸੌਰੀ ਬੋਲਤਾ, ਸੋ ਉਹ ਥੈਂਕ ਯੂ ਦੀ ਫ੍ਰੀਕੁਐਂਸੀ 0 ਹੈ, ਜਦ ਤੱਕ ਅਸੀਂ ਉਹਨੂੰ ਫੀਲ ਨਹੀਂ ਕਰਾਂਗੇ। ਇਸ ਤਰ੍ਹਾਂ ਜਦੋਂ ਵੀ ਤੁਸੀਂ ਕਿਸੇ ਨੂੰ ਡੋਨੇਟ ਕਰ ਰਹੇ ਹੋ, ਕੋਈ ਪੈਸਾ ਦੇ ਰਹੇ ਹੋ, ਜਾਂ ਤੁਸੀਂ ਕਿਸੇ ਨੂੰ ਇਵਨ ਸਮਾਈਲ ਵੀ ਦੇ ਰਹੇ ਹੋ, ਐਪਰੀਸ਼ੀਏਟ ਵੀ ਕਰ ਰਹੇ ਹੋ, ਹਰ ਇੱਕ ਨੂੰ ਐਪਰੀਸ਼ੀਏਟ ਕਰੋ। ਜੇ ਕੋਈ ਚੰਗਾ ਲੱਗ ਰਿਹਾ ਹੈ, ਕੋਈ ਸੋਹਣਾ ਲੱਗ ਰਿਹਾ, ਉਹਨੂੰ ਬੋਲੋ, ਦਿਲ ਤੋਂ ਬੋਲੋ। ਔਰ ਜੇ ਤੁਹਾਨੂੰ ਕੋਈ ਐਪਰੀਸ਼ੀਏਸ਼ਨ ਵੀ ਦੇ ਰਿਹਾ, ਉਹਨੂੰ ਵੀ ਦਿਲ ਨਾਲ ਲਓ। ਕਿਉਂਕਿ ਕਈ ਵਾਰ ਅਸੀਂ ਕੀ ਕਰਦੇ, ਅਸੀਂ ਦੇ ਤਾਂ ਅਸੀਂ ਗਿਵਿੰਗ ਸ਼ੁਰੂ ਕਰਦੇ, ਪਰ ਅਸੀਂ ਟੇਕ ਨਹੀਂ ਕਰਦੇ। ਇਟਸ ਅ ਸਰਕਲ, ਇਫ ਯੂ ਹੈਵ ਟੂ ਗਿਵ, ਯੂ ਹੈਵ ਟੂ ਟੇਕ। ਜੇ ਤੁਹਾਨੂੰ ਕੋਈ ਐਪਰੀਸ਼ੀਏਟ ਵੀ ਕਰ ਰਿਹਾ, ਉਹ ਅਸੀਂ ਕੀ ਕਹਿੰਦੇ, ਨਹੀਂ ਜੇ ਤੁਹਾਨੂੰ ਕਹੇਗਾ ਖਾਣਾ ਬੜਾ ਸਵਾਦ ਬਣਿਆ, ਨਹੀਂ ਅੱਜ ਤਾਂ ਉਦਾਂ ਹੀ ਬਣ ਗਿਆ, ਮੈਂ ਤਾਂ ਪਤਾ ਨਹੀਂ। ਅਸੀਂ ਆਪਣੀ ਕਹਿੰਦੇ ਨਾ ਐਪਰੀਸ਼ੀਏਸ਼ਨ ਨੂੰ ਵੀ ਨਹੀਂ ਲੈਂਦੇ। ਜੇ ਤੁਹਾਨੂੰ ਕਹੇ ਤੁਸੀਂ ਸੋਹਣੇ ਲੱਗ ਰਹੇ ਹੋ, ਨਹੀਂ ਉਹ ਤਾਂ ਐਵੇਂ ਲੱਗ ਰਹੀ ਹੈ, ਮੈਂ ਤਾਂ ਤਿਆਰ ਵੀ ਨਹੀਂ ਹੋਈ ਜੀ, ਬਸ ਏਦਾਂ ਹੀ। ਜਦੋਂ ਮੈਂ ਟੀਚਿੰਗ ਸ਼ੁਰੂ ਕੀਤੀ ਸੀ, ਮੈਨੂੰ ਹਰ ਕੋਈ ਕਹਿੰਦਾ ਸੀ ਤੂੰ ਬਹੁਤ ਅੱਛਾ ਆਪਣਾ ਸ਼ੇਅਰ ਕਰ ਰਹੀ ਹੈ, ਤੇ ਮੈਂ ਕਹਿੰਦੀ ਸੀ ਨਹੀਂ, ਮੈਨੂੰ ਲੱਗਦਾ ਸੀ ਕਿ ਜੇ ਉਹ ਮੇਰੀ ਤਾਰੀਫ ਕਰੇਗਾ ਨਾ ਤਾਂ ਪਤਾ ਨਹੀਂ ਗਲਤ ਹੋ ਜਾਏਗਾ। ਮੈਂ ਕਹਿੰਦੀ ਸੀ ਨਹੀਂ ਉਹ ਤਾਂ ਪਤਾ ਨਹੀਂ ਆਪੇ ਹੀ ਹੋ ਜਾਂਦਾ, ਮੈਂ ਤਾਂ ਤਿਆਰੀ ਵੀ ਨਹੀਂ ਕਰਦੀ। ਜੇ ਕੁਝ ਅੱਛਾ ਕਰ, ਜੇ ਦੇ ਵੀ ਅੱਛੀ ਤਰ੍ਹਾਂ ਰਹੇ ਹੋ, ਤੇ ਲੋ ਵੀ ਉਨਾ ਹੀ ਅੱਛੀ ਤਰ੍ਹਾਂ ਨਾਲ, ਬਿਕਾਜ਼ એનર્ਜੀ ਹੈ। ਅਬੰਡੈਂਸ ਦੀ એનર્ਜੀ ਨਾਲ ਦੋ, ਤੇ ਅਬੰਡੈਂਸ ਦੀ એનર્ਜੀ ਨਾਲ ਵਾਪਸ ਲਓ। ਉਸਨੂੰ ਹੁਣ ਤੋਂ ਜਿਹੜਾ ਵੀ ਤੁਸੀਂ ਇੱਕ ਟੌਫੀ ਵੀ ਖਰੀਦਣ ਚੱਲੇ ਹੋ, ਇੱਕ ਸਬਜ਼ੀ ਵੀ ਦੇਣ ਜਾ ਰਹੇ ਹੋ, ਸਟਾਰਟਿੰਗ ਚ ਅਗੇਨ ਮੈਂ ਕਹਿ ਰਹੀ ਹਾਂ, ਹਰ ਚੀਜ਼ ਦੀ ਪ੍ਰੈਕਟਿਸ ਨੂੰ ਟਾਈਮ ਲੱਗਦਾ। ਸਟਾਰਟਿੰਗ ਚ ਹਰ ਚੀਜ਼ ਔਖੀ ਲੱਗੇਗੀ ਕਿ ਤੁਸੀਂ ਭੁੱਲ ਵੀ ਜਾਓਗੇ, ਬਟ ਅਵੇਅਰਨੈਸ ਚ ਰਹੋ ਕਿ ਜਦੋਂ ਕਿਸੇ ਨੂੰ ਵੀ ਪੈਸਾ ਦੇ ਰਹੇ ਹੋ, ਕਿਸੇ ਨੂੰ ਵੀ ਕੋਈ ਗਿਫਟ ਦੇ ਰਹੇ ਹੋ, ਉਸ એનર્ਜੀ, ਉਹਨੂੰ ਥੈਂਕ ਯੂ ਦੇ ਕੇ ਪੂਰੀ એનર્ਜੀ ਪਾ ਕੇ ਉਸ ਪੈਸੇ ਨੂੰ ਦਿਓ, ਤਾਂ ਕਿ ਉਹ ਪੈਸਾ ਸਾਡੇ ਉਸ એનર્ਜੀ ਨਾਲ ਆਏ। ਦੂਸਰਾ ਇੱਕ ਹੋਰ ਹੈ ਮੈਜਿਕ ਰੌਕ। ਇਸ ਤੋਂ ਬਾਅਦ ਇਹ ਲਾਸਟ ਹੈ। ਮੈਜਿਕ ਰੌਕ ਕੀ ਹੈ, ਇਹ ਸੀਕ੍ਰੇਟ, ਜਿਹੜਾ ਸੀਕ੍ਰੇਟ ਦਾ ਆਥਰ ਹੈ, ਉਹਨੇ ਕਿਹਾ ਸੀ, ਜਿੱਦਾਂ ਮੈਂ ਸੀਗੀ, ਜਦੋਂ ਮੈਂ ਆਪਣੀ ਬੇਟੀ ਤੋਂ ਬਾਅਦ, ਮੇਰੀ ਬੇਟੀ ਦੀ ਜੋ ਪਾਸ ਹੋਏ, ਹਰ ਕੁਝ ਮੇਰੇ ਨਾਲ ਬੁਰਾ ਹੈ, ਮੇਰੇ ਨਾਲ ਇੱਕ ਟਾਈਮ ਕਰਕੇ ਤੁਸੀਂ ਕਹਿੰਦੇ ਨਾ, ਅਸੀਂ ਆਪਣੇ ਆਪ ਨੂੰ ਦੁਖੀ ਹੋ ਕੇ ਵੀ ਥੱਕ ਜਾਂਦੇ ਹਾਂ। ਸੋ ਉਸ ਟਾਈਮ ਤੇ ਉਹਦੇ ਵੀ ਲਾਈਫ 'ਚ ਏਦਾਂ ਹੀ ਕੁਝ ਚੱਲ ਰਿਹਾ ਸੀ। ਉਹ ਕਹਿੰਦਾ ਸੀ ਕਿ ਵੀ ਮੈਂ ਇੱਕ ਦਿਨ ਮੈਂ ਰਿਅਲਾਈਜ਼ ਕੀਤਾ ਕਿ ਵੀ ਮੈਂ ਰੋਜ਼ ਕੰਪਲੇਨ ਕਰਕੇ ਥੱਕ ਗਿਆ, ਕੁਝ ਨਵਾਂ ਚੀਜ਼ ਕਰੋ। ਉਹ ਨਦੀ ਦੇ ਕਿਨਾਰੇ ਬੈਠਾ ਸੀ, ਉਹਨੇ ਨਾ, ਕਹਿੰਦੇ ਮੇਰੇ ਕੋਲ ਸਾਹਮਣੇ ਇੱਕ ਪੱਥਰ ਚੁੱਕਿਆ, ਉਹ ਬੜਾ ਸੌਫਟ ਸੀਗਾ, ਛੋਟਾ ਜਿਹਾ ਪੈਬਲ। ਕਹਿੰਦੇ ਮੈਂ ਹੱਥ 'ਚ ਰਿਹਾ, ਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਹੋਰ ਕੁਝ ਨਹੀਂ, ਜਦੋਂ ਵੀ ਮੈਂ ਇਸ ਪੱਥਰ ਨੂੰ ਦੇਖਾਂਗਾ ਔਰ ਇਹਨੂੰ ਫੜਾਂਗਾ, ਮੈਂ ਸਿਰਫ ਆਪਣੀ ਲਾਈਫ 'ਚ ਜੋ ਅੱਛਾ ਹੋ ਰਿਹਾ ਹੈ, ਮੈਂ ਉਹਦੇ ਬਾਰੇ ਉਹਦੇ ਲਈ ਥੈਂਕ ਯੂ ਬੋਲਾਂਗਾ ਕਿ ਵੀ ਮੇਰੀ ਲਾਈਫ 'ਚ ਮੈਂ ਚੱਲ ਰਿਹਾ। ਪੈਸਾ ਨਹੀਂ ਹੈ, ਐਟਲੀਸਟ ਤੁਸੀਂ ਚੱਲ ਰਹੇ ਹੋ, ਤੁਸੀਂ ਸਾਹ ਲੈ ਰਹੇ ਹੋ, ਤੁਸੀਂ, ਤੁਹਾਡੇ ਸਿਰ ਤੇ ਜੇ ਤੁਹਾਨੂੰ ਕੱਲ ਨੂੰ ਤੁਹਾਨੂੰ ਕੋਲ ਖਾਣੇ ਲਈ ਪੈਸਾ ਹੈਗਾ, ਤੁਸੀਂ ਉਹਦੇ ਲਈ ਤਾਂ ਗ੍ਰੇਟਫੁਲ ਹੋ ਸਕਦੇ ਹੋ ਨਾ। ਹਾਂ, ਤੁਹਾਡੇ ਕੋਲ ਵੱਡਾ ਘਰ ਨਹੀਂ, ਬਟ ਛੋਟਾ ਤਾਂ ਹੈ ਨਾ, ਤਾਂ ਛੋਟੇ ਲਈ ਗ੍ਰੇਟਫੁਲ ਹੋ, ਵੱਡਾ ਆ ਜਾਏਗਾ। ਪਰ ਜੇ ਅਸੀਂ ਛੋਟੇ ਲਈ ਗ੍ਰੇਟਫੁਲ ਨਹੀਂ ਹੋਵਾਂਗੇ, ਤੇ ਵੱਡਾ ਵੀ ਨਹੀਂ ਆਏਗਾ। ਸੋ ਉਹਨੇ ਉਹ ਸ਼ੁਰੂ ਕੀਤਾ, ਉਹ ਕਹਿੰਦਾ ਏਦਾਂ ਕਰਦਾ ਉਹਨੇ ਆਪਣੀ ਲਾਈਫ ਧੀਰੇ ਧੀਰੇ, ਕਿਉਂਕਿ ਗ੍ਰੈਟੀਟਿਊਡ ਜਿੱਦਾਂ ਮੈਂ ਲਿਖਣਾ ਸ਼ੁਰੂ ਕੀਤਾ, ਉਹ ਕਹਿੰਦਾ ਮੈਂ ਜਦੋਂ ਵੀ ਦੇਖਦਾ ਸੀ, ਮੈਂ ਉਹਨੂੰ ਫੀਲ ਕਰਦਾ ਸੀ, ਤੇ ਮੈਂ ਆਪਣੇ ਗ੍ਰੈਟੀਟਿਊਡ ਪ੍ਰੇਅਰ ਸ਼ੁਰੂ ਕਰ ਦਿੰਦਾ ਸੀ ਕਿ ਮੇਰੀ ਲਾਈਫ ਇਸ ਲਈ ਥੈਂਕ ਯੂ, ਉਸ ਲਈ ਥੈਂਕ ਯੂ।
कहना धीरे धीरे मेरी लाइफ चेंज होनी शुरू होगी। उन्हें अपने आप देखो ਉਹਦੇ ਰਿਲੇਸ਼ਨਸ ਬੈਟਰ ਹੋਣੇ ਸ਼ੁਰੂ ਹੋ ਗਏ, ਉਹਦੀ ਲਾਈਫ 'ਚ ਪੈਸਾ ਆਣਾ ਸ਼ੁਰੂ ਹੋ ਗਿਆ, ਅਬੰਡੈਂਸ ਸ਼ੁਰੂ ਹੋ ਗਈ। ਤੇ ਏਦਾਂ ਹੀ ਉਹ ਇੱਕ ਵਾਰ ਏਦਾਂ ਹੀ ਖੜਾ ਸੀ ਤੇ ਉਹਦੇ ਪਾਕਟ 'ਚੋਂ ਇੱਕ ਸਾਊਥ ਅਫਰੀਕਾ ਦਾ ਉਹਦਾ ਕੋਈ ਬੰਦਾ ਸੀ, ਉਹਨੂੰ ਕੋਈ ਮਿਲਣ ਆਇਆ, ਕੋਈ ਏਦਾਂ ਹੀ ਰਸਤੇ 'ਚ ਮਿਲਿਆ ਤੇ ਉਹ ਕਿਤੇ ਖੜੇ ਸੀਗੇ, ਬੱਸ ਜਾ ਰਹੀ ਸੀ, ਉਹਦੇ ਉਸ 'ਚੋਂ ਰੌਕ ਉਹਦੇ ਪਾਕਟ 'ਚੋਂ ਰੌਕ ਗਿਰ ਗਿਆ ਤੇ ਸਾਊਥ ਅਫਰੀਕੀ ਬੰਦੇ ਨੇ ਪੁੱਛਿਆ ਕਿ ਪੱਥਰ ਕੀ ਹੈ। ਉਹਨੇ ਬੋਲਿਆ ਕਿ ਇਹ ਗ੍ਰੈਟੀਟਿਊਡ ਰੌਕ ਹੈ, ਇਹਨੂੰ ਦੇਖ ਕੇ ਮੈਨੂੰ ਮੈਂ ਸਿਰਫ ਆਪਣੀ ਬਲੇਸਿੰਗਸ ਨੂੰ ਯਾਦ ਕਰਦਾ। ਉਹ ਬੰਦਾ ਸਾਊਥ ਅਫਰੀਕਾ ਚਲਾ ਗਿਆ। 3 ਮਹੀਨੇ ਬਾਅਦ ਮਹੀਨੇ ਬਾਅਦ ਉਸ ਬੰਦੇ ਨੂੰ ਉਹ ਸਾਊਥ ਅਫਰੀਕਾ ਵਾਲਾ ਬੰਦਾ ਹੈ, ਉਸ ਬੰਦੇ ਨੂੰ ਈਮੇਲ ਕਰਦਾ ਹੈ ਕਿ ਮੈਨੂੰ ਇਹ ਗ੍ਰੈਟੀਟਿਊਡ ਦਾ ਮੈਨੂੰ ਇਹ ਰੌਕ ਭੇਜ ਦਿਓ ਕਿਉਂਕਿ ਮੇਰਾ ਬੱਚਾ ਬੜਾ ਬਿਮਾਰ ਹੈ, ਮੈਨੂੰ ਉਹ ਰੌਕ ਚਾਹੀਦਾ ਹੈ। ਔਰ ਉਸ ਬੱਚੇ ਨੂੰ ਕੋਈ ਕੈਂਸਰ ਸੀਗਾ। ਸੋ ਉਹ ਸਪੈਸ਼ਲੀ ਜਾਂਦਾ ਨਦੀ ਕੋਲੋਂ, ਫਿਰ ਥੋੜੇ ਬਹੁਤ ਰੌਕਸ ਚੁੱਕਦਾ ਤੇ ਉਹ ਉਹਨਾਂ ਨੂੰ ਉੱਥੇ ਸਾਊਥ ਅਫਰੀਕਾ ਕੋਰੀਅਰ ਕਰ ਦਿੰਦਾ ਹੈ। 5 ਮਹੀਨੇ ਬਾਅਦ ਉਹਨੂੰ ਈਮੇਲ ਆਉਂਦੀ ਹੈ ਕਿ ਜਿਹੜਾ ਉਸ ਰੌਕ ਸੀਗਾ ਉਹ ਇੰਨਾ ਪਾਵਰਫੁਲ ਸੀਗਾ, ਉਹ ਰੋਜ਼ ਉਸ ਬੱਚੇ ਨੂੰ ਲੈ ਕੇ ਉਹ ਰੌਕ ਨਾਲ ਗੱਲ ਕਰਦਾ ਸੀ, ਉਹ ਰੌਕ ਨੂੰ ਥੈਂਕ ਯੂ ਕਹਿੰਦੀ ਸੀ, ਉਸ ਬੱਚੇ ਦਾ ਕੈਂਸਰ ਠੀਕ ਹੋ ਗਿਆ। ਉਹ ਕਹਿੰਦਾ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਬਿਜ਼ਨਸ ਸ਼ੁਰੂ ਕੀਤਾ ਗ੍ਰੈਟੀਟਿਊਡ ਰੌਕਸ ਕਰਕੇ, ਮੈਜਿਕ ਰੌਕਸ। ਉਹ ਕਹਿੰਦਾ ਕਿ ਮੈਂ 1000 ਰੌਕਸ ਵੇਚੇ ਹੈ ਔਰ ਉਹਦੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਡੋਨੇਸ਼ਨ ਕੀਤੀ ਹੈ। ਸੋ ਇਸ ਲਈ ਇੱਕ ਇਹ ਮੈਜਿਕ ਰੌਕ ਜ਼ਰੂਰੀ ਨਹੀਂ ਤੁਸੀਂ ਰੌਕ ਲਓ, ਕੁਝ ਵੀ ਲੈ ਸਕਦੇ ਹੋ। ਇਹ ਬੇਸਿਕਲੀ ਸਟਾਰਟਿੰਗ ਲਈ ਸਾਡੇ ਲਈ ਜ਼ਰੂਰੀ ਕਿਉਂ ਹੈ ਕਿਉਂਕਿ ਸਾਨੂੰ ਰਿਅਲਾਈਜ਼ ਕਰਦਾ। ਔਰ ਇਹ ਮੈਜਿਕ ਰੌਕ ਨੂੰ ਛੋਟਾ ਜਿਹਾ ਕੋਈ ਵੀ ਪੱਥਰ ਲੈ ਲਓ, ਮੈਂ ਕ੍ਰਿਸਟਲ ਯੂਜ਼ ਕਰਦੀ ਕਿਉਂਕਿ ਮੈਂ ਕ੍ਰਿਸਟਲਸ ਨਾਲ ਬਹੁਤ ਕੰਮ ਕਰਦੀ। ਤੁਸੀਂ ਕੋਈ ਵੀ ਪੱਥਰ ਲੈ ਲਓ ਜਿਹੜਾ ਸੌਫਟ ਹੈ, ਜਿਹੜਾ ਤੁਹਾਨੂੰ ਫੜਨ 'ਚ ਅੱਛਾ ਲੱਗੇ, ਉਹਨੂੰ ਆਪਣੇ ਰਾਤ ਨੂੰ ਆਪਣੇ ਬੈੱਡ ਦੇ ਕੋਲ ਰੱਖੋ ਕਿਉਂਕਿ ਜਦੋਂ ਤੁਹਾਡੇ ਬੈੱਡ ਦੇ ਕੋਲ ਤੁਹਾਨੂੰ ਯਾਦ, ਤੁਸੀਂ ਭੁੱਲੋਗੇ ਤੁਹਾਨੂੰ ਯਾਦ ਰਹੇਗਾ। ਸੌਣ ਤੋਂ ਪਹਿਲਾਂ ਉਹਨੂੰ ਆਪਣੇ ਹੱਥ 'ਚ ਫੜੋ, ਪੂਰੇ ਦਿਨ 'ਚ ਤੁਹਾਡੀ ਲਾਈਫ 'ਚ ਜੋ ਵੀ ਅੱਛਾ ਹੋਇਆ ਪੂਰੇ ਦਿਨ 'ਚ ਉਹਨੂੰ ਯਾਦ ਕਰੋ ਔਰ ਜਿਹੜੀ ਬੈਸਟ ਚੀਜ਼ ਹੋਈ ਹੈ ਉਹਨੂੰ ਯਾਦ ਕਰਕੇ ਥੈਂਕ ਯੂ ਬੋਲ ਕੇ ਸੋ। ਤੁਸੀਂ ਉਸ ਸ਼ੁਕਰਾਨੇ ਦੇ ਪਾਸ ਰਹੋਗੇ। ਜਦੋਂ ਤੁਸੀਂ ਇਹ ਸਾਰੀ ਚੀਜ਼ ਰੈਗੂਲਰ ਕਰੋਗੇ 21 ਔਰ ਮੈਂ ਤੁਹਾਨੂੰ ਗਾਰੰਟੀ ਦੇਣੀ ਆ 21 ਦਿਨ ਜੇ ਤੁਸੀਂ ਇਹ ਸਾਰੀ ਚੀਜ਼ ਰੈਗੂਲਰ ਕਰੋਗੇ, ਅਗੇਨ 21 ਦਿਨ ਬਾਅਦ ਰੁਕਣਾ ਨਹੀਂ ਹੈ, ਬਟ 21 ਡੇਜ਼ ਬਾਅਦ ਯੂ ਵਿਲ ਸਟਾਰਟ ਚੇਂਜਿੰਗ। ਤੁਹਾਨੂੰ ਆਪਣੀ ਲਾਈਫ ਦੇ ਵਿੱਚ ਡਿਫਰੈਂਸ ਪਤਾ ਲੱਗਣ ਲੱਗ ਜਾਏਗਾ। ਅਗੇਨ ਜੋ ਵੀ ਕਰਨਾ ਹੈ 21 ਡੇਜ਼ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕਹਿੰਦੇ ਨਾ ਪ੍ਰੋਪਰਲੀ ਕਰਦੇ ਹਾਂ ਦੈਨ ਸੋ 21 ਡੇਜ਼ ਹੈ ਗ੍ਰੈਟੀਟਿਊਡ ਜਰਨਲ ਮੈਂ 10 ਰੋਜ਼ ਕਰਦੀ ਸੀ। ਜੇ ਤੁਸੀਂ 5 ਕਰ ਸਕਦੇ ਹੋ 5 ਕਰੋ। ਲਿਖੋ, ਲਿਖਣਾ ਕਿਉਂ ਜ਼ਰੂਰੀ ਹੈ ਕਿ ਤੁਸੀਂ ਲਿਖਦੇ ਆ ਸਾਡੇ ਕੋਲ ਇੱਕ ਕਾਪੀ ਬਣ ਜਾਂਦੀ ਹੈ। ਔਰ ਜਦੋਂ ਤੁਸੀਂ ਬਹੁਤ ਉਦਾਸ ਹੁੰਦੇ ਹੋ ਦੇ ਸਰਟਨ ਡੇਜ਼ ਤੁਹਾਨੂੰ ਫਿਰ ਸ਼ੁਕਰਾਨਾ ਵੀ ਉਦੋਂ ਤੁਸੀਂ ਯੂ ਕੈਨ ਓਪਨ ਯੋਰ ਕਾਪੀ ਐਂਡ ਯੂ ਗੋ ਥਰੂ ਆਲ ਯੋਰ ਬਲੇਸਿੰਗਸ। ਜਦੋਂ ਤੁਸੀਂ ਇਹ ਪੜ੍ਹਦੇ ਹੋ ਤੁਸੀਂ ਅਗੇਨ ਯੂ ਬੈਕ ਟੂ ਜ਼ੀਰੋ। ਔਰ ਮੈਂ ਵਿੱਚ ਕਰਦੀ ਰਹਿੰਦੀ ਹਾਂ। ਮੈਂ ਇੱਕ ਵਾਰ 21 ਡੇਜ਼ ਦਾ ਕਰਾਂਗੀ, ਥੋੜੀ ਦੇਰ ਛੱਡ ਦਾਂਗੀ, ਕਈ ਵਾਰ ਚੀਜ਼ਾਂ ਠੀਕ ਵੀ ਚੱਲਦੀਆਂ ਤੁਸੀਂ ਫੀਲ ਤੁਸੀਂ ਸਟਕ ਹੋ ਗਏ ਹੋ। ਸੋ ਹਰ 2-3 ਮਹੀਨੇ ਬਾਅਦ ਆਈ ਡੂ ਦਿਸ ਜਰਨਲ ਅਗੇਨ। ਮੇਰੀਆਂ ਕਿੰਨੀਆਂ ਇਸ ਟਾਈਮ ਤੇ ਕਾਪੀਜ਼ ਪੜ ਚੁੱਕੇ ਸਿਰਫ ਜਰਨਲ ਦੀਆਂ, ਤਾਂ ਕਿ ਤੁਸੀਂ ਉਸ ਸ਼ੁਕਰਾਨੇ ਦੇ ਮੋਡ 'ਚ ਰਹੋ। ਇਸ ਤੋਂ ਬਾਅਦ ਤੁਹਾਨੂੰ ਆਦਤ ਆਪੇ ਪੈ ਜਾਏਗੀ, ਬਟ ਦੈਨ ਯੂ ਕੀਪ ਰਿਪੀਟਿੰਗ ਯੋਰਸੈਲਫ। ਅੱਜ ਲਈ ਇੰਨਾ, ਕੱਲ ਅਸੀਂ ਗੱਲ ਕਰਾਂਗੇ ਪੋਜ਼ਿਟਿਵ ਐਫਰਮੇਸ਼ਨਸ ਦੀ। ਤੇ ਕਿਸੇ ਨੂੰ ਕੋਈ ਕੁਐਸਚਨ ਹੈ ਅੱਜ ਦਾ ਤੇ ਪਲੀਜ਼ ਪੁੱਛ ਲਓ। ਥੈਂਕ ਯੂ। ਥੈਂਕ ਯੂ ਹਰਲੀਨ ਜੀ, ਵੈਰੀ ਨਾਈਸ। ਬਹੁਤ ਅੱਛੀ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਗ੍ਰੈਟੀਟਿਊਡ ਨੂੰ। ਸੋ ਅਸੀਂ ਹੁਣ ਗਲਤ ਲਾਈਨ 'ਚੋਂ ਨਿਕਲ ਕੇ ਸਹੀ ਲਾਈਨ 'ਚ ਲੱਗ ਜਾਈਏ, ਕੰਪਲੇਂਟ ਦੀ ਲਾਈਨ 'ਚੋਂ ਨਿਕਲ ਕੇ ਗ੍ਰੈਟੀਟਿਊਡ ਦੀ ਲਾਈਨ 'ਚ ਆ ਜਾਈਏ ਤੇ ਆਪਣੇ ਆਪ ਸਭ ਕੁਝ ਮਿਲਣਾ ਸ਼ੁਰੂ ਹੋ ਜਾਏਗਾ। ਸੋ ਹਾਂਜੀ, ਅਨੁਪਮਾ ਜੀ ਨੇ ਹੈਂਡ ਰੇਜ਼ ਕੀਤਾ। ਹਾਂਜੀ you were just excellent in saying every word as you. Thank you, ma'am. Every word has reached to the heart. ਮੈਡਮ ਆਵਾਜ਼ ਬਿਲਕੁਲ ਨਹੀਂ ਆ ਰਹੀ ਤੁਹਾਡੀ, ਵੀਡੀਓ ਆਨ ਨਹੀਂ ਹੈ। वीडियो नहीं मैं ऑन कर दी अभी, not in my condition. ਆਵਾਜ਼ ਤੁਹਾਡੀ तो बोलो फिर। हेलो हेलो। हाँ जी मैम। हाँ, मैं कह रही हूँ इतना अच्छा आपने बोला कि मतलब एक एक वर्ड जो है ना that touched the heart. Thank It you, was ma'am. so beautiful, so Thank you, beautiful. ma'am. Thank you, ma'am. Just visualizing rather each and everything. Visualizing. Thank you so much. Thank you so much, ma'am. हाँ जी मीनू मैम। प्रणाम मैम, सभी को मेरी प्रणाम। मैम इतना सुंदर आपने बताया है ना, मतलब हमारे आसपास की चीजें होती हैं और हमें पता ही नहीं होता बताओ। कि हम कैसे चेंज हो जाए। जैसे जस्सी मैम ने पीछे टॉपिक पे बताया था कि स्पिरिचुअल गाइड्स होते हैं हमारे साथ। मैं बहुत ज्यादा खाती थी पहले, तो मैंने वो मतलब थोड़ा थोड़ा भूल के भी उसको स्टार्ट किया, डेली स्टार्ट कर दिया है।
तो मतलब भूख कंट्रोल में आने लग गई, अपने आप ही समझ में आने लग गया कि कैसे खाना है, मतलब किस तरह थोड़ा खाना है, किस तरह करना है। बस तो मैं अवेयरनेस में रहना है। वंस आप एक बार अवेयरनेस में आ गए हो, फिर कहते हैं ना, आप उस गाड़ी, उस पटरी पे चल गए हो, बस अब धीरे धीरे हमने बस आगे चलते जाना है, हमने पटरी से उतरना नहीं। बहुत बड़ा रास्ता जैसे है ना खुल गया है, बहुत बड़ा। जितना शुक्र करूँ ना उतना कम है। जैसे मैम का शुक्राने तो हमें तो बहुत- हमारे तो ग्रंथों में सबने ही सबसे बात ही शुक्राने से शुरू होती है। तो मैम फिर भी मतलब जितना शुक्र करूँ, शुक्राना तो वर्ड ही ऐसे लगा लो भी, वर्ड है सिर्फ एक, उससे भी कहीं ऊपर इससे भी आपके कहीं जैसे शुक्राना परमात्मा ने कहना आकर नहीं है, हमसे उसको कह फील भी दिया है। करना है, उसको फील भी जैसे करना है। जी मैम, जैसे परमात्मा ने खुद आकर कह दिया है कि मतलब चेंज कैसे आएगा। थैंक यू मैम, बहुत सुंदर, बहुत। थैंक यू, जस्ती मैम का भी बहुत बहुत थैंक यू, आपका भी मैम बहुत बहुत थैंक यू, सबका थैंक यू, थैंक यू सबके मैम। साथ जुड़े हुए हैं मैम, थैंक यू। सुरजीत सर। हाँ जी स्वाति जी। स्वाति मैम। हेलो मैम, गुड मॉर्निंग। गुड मॉर्निंग मैम। मैम मैंने आपके ना लास्ट 2 डेज के सेशंस यूट्यूब पर, एक्चुअली आई मिस दैट सेशंस। मेरे को ना एक छोटा सा एक्सपीरियंस शेयर करना था। अभी आई वाज प्रेग्नेंट 20 डेज पहले। So when I got to know कि I'm pregnant, so my husband said will not keep that child. I already have a girl, she's 5 years old. So मेरा काफी आर्ग्यूमेंट हुआ उनसे कि नहीं we will keep, और बहुत सारा इश्यूज हो गया। So at last I had a medicine, क्योंकि मेरे को कोई ऑप्शन नहीं दिख रहा था। He said I will not keep that child and I don't have any option कि मैं रखूं ना रखूं। So I had a medicine. मेडिसिन खाने के बाद माय हस्बैंड टोल्ड गो फॉर स्कैन कि वी हैव टू चेक कि सैक कंप्लीट है कि नहीं। तो मतलब मुझे पता था कि आई एम कमिटिंग द सिन, ये अच्छा नहीं है, मैं एक किस चीज को मार रही हूँ। तो मैं बहुत ज्यादा थॉट में थी, मैं डिप्रेशन में तो नहीं कहूंगी, तो मैं बहुत ज्यादा थॉट में चली गई थी। तो वी वेंट टू द डॉक्टर, 2 दिन ठीक रहा, उन्होंने बोला कि नहीं अभी बेबी इज देयर। तो फ्राइडे मतलब रक्षाबंधन से पहले, तो दैट वाज क्लीन। तो उसके बाद मेरा हेल्थ इश्यूज बहुत हुआ, बहुत ज्यादा, कि मेरे से खड़ा भी नहीं होया गया। तो मेरे को ये हो रहा था कि मैंने जो सिन कमिट किया है, दिस इज द रिजल्ट। सो मैं ऊपर वाले से इस चीज के लिए सॉरी भी नहीं बोल सकती हूँ, क्योंकि आई वाज फीलिंग कि मैंने गलत किया है। तो मैं मतलब बोलते हैं ना कि मैं एक शर्मिंदा हो गई हूँ, अब मैं बाबा जी के आगे बोल भी नहीं सकती हूँ कि मेरी हेल्थ को रिकवर करो। तो आई वाज कंटिन्यूइंग, मैं उस चीज को एक्सेप्ट कर रही थी। लास्ट वीक आई वाज हॉस्पिटलाइज्ड, क्योंकि डॉक्टर ने बोला था कि समथिंग इज देयर, सो हमें उसको क्लीन करना पड़ेगा, एंड आई एम डायबिटिक। तो वो बहुत ज्यादा इशू हो गया मेरी हेल्थ के साथ। लेकिन उस सिचुएशन में भी ना मैंने मतलब ऊपर वाले से एक बार भी प्रे नहीं करा, बिकॉज एनी हाउ आई वॉज अवेयर कि मेरी गलती है। तो जब हम गलती कर रहे हैं तो मैं किस मुंह से ऊपर वाले से सॉरी बोलूं या ये बोलूं कि प्लीज मुझे जल्दी रिकवर कर दो। तो मैं मतलब जैसे चल रहा था ना, मैं वैसे उसके साथ चल रही थी। ना मेरा कोई मतलब बोलते हैं ना कि ना किस मुझे कुछ सैड मोमेंट हो रहा था, ना कुछ हंस रही थी या ना कुछ रो रही थी। बस मुझे एक छोटा सा एक रिपेंट हो रहा था कि मैंने जो सिन कमिट किया है, दिस इज द रिजल्ट। और अब ये मैं चाहे हंसकर इसको रिजल्ट को एक्सेप्ट करूं, चाहे मैं रोकर एक्सेप्ट करूं। तो मैंने उसको एज इट इज उसको लिया। जितने भी मेरे को इंजेक्शंस के पेन्स हुए और मतलब जो ड्रिप के पेन्स हुए हैं, उसको मैंने बोलते ना उसको मैं बर्दाश्त कर रही थी। इट वाज पेन, क्योंकि मेरे को डायबिटिक थी तो मेरा ज्यादा टेक केयर करना पड़ रहा था डॉक्टर्स को। एवरी 2 मिनट्स दे आर गिविंग मी द इंजेक्शंस, एवरी 3 मिनट्स। और मेरे फ्रेंड्स बोल रहे थे कि मिस जो अबॉर्ट वाला है वो इतना बड़ा सीन नहीं होता है, इट्स जस्ट द मैटर ऑफ 1.5 आवर। तो तुम्हें होल डे लग गया है उसमें। तो मैं कुछ मतलब मैं स्पीचलेस थी, मैंने कहा नहीं मुझे नहीं पता, जो डॉक्टर ने किया वो है किया। तो मुझे थोड़ा सा उसके बाद से मुझे ये होता था कि बेबी चला गया, ये सिन कमिट हुआ है, आई डोंट नो ये कहाँ पर पे ऑफ कैसे होगा।
तो अभी मैंने जो आपका ये सुना ना कि आप चर्च गए एंड देन यू मतलब यू सॉ कि वहां बहुत सारे लोग थे कि उन्होंने हमें चाहे 2 दिन के लिए ब्लेस्ड किया, तो अभी आई वाज फीलिंग द सेम कि हाँ शायद मैं 1 वीक की प्रेग्नेंट थी, तो इसके लिए आई वाज वेरी हैप्पी। थोड़ा सा मुझे ना वो जो गिल्ट था ना मेरा वो काफी कम हुआ। मैंने प्रॉपर मेडिटेशन भी करती रही, मुझे इस चीज से निकलना है, क्योंकि मेरी बड़ी बेटी सफर हो रही थी, उसको मैं टेक केयर नहीं कर पा रही थी प्रॉपर, और मतलब ये सब कुछ नहीं हो रहा था, मेरा हेल्थ बहुत ज्यादा डाउन हो गया। स्टिल आई एम नॉट रिकवर। मैं थोड़ा सा चलती हूँ मैं गिर जाती हूँ, थोड़ा सा चलती हूँ गिर जाती हूँ। तो आज मैंने आपका सुना तो थोड़ा सा मुझे मेरा गिल्ट मेरा कम हुआ। जब आप अपनी रिस्पॉन्सिबिलिटी खुद लेते हो कि मैं रिस्पॉन्सिबल हूँ, हम भगवान पे नहीं डालते हैं, किसी पे नहीं डालते, तो यूनिवर्स गिव्स यू एन आंसर। सो अगर आपको आज आंसर मिला, यू फील बेटर। दिस इज द एक्चुअली टेलिंग एवरीवन कि जब यू टेक रिस्पॉन्सिबिलिटी, यू डिड नॉट पुट ऑन एनीवन एल्स कि भी मुझे मेरे हस्बैंड ने करना पड़ा, उसकी वजह से मैंने कर दिया। यू टेक रिस्पॉन्सिबिलिटी कि हाँ जो हुआ वो मेरे कारण हुआ। अब किस सर्कमस्टांसेस में हो वो बात की बात है, हम उस पे उतने डिटेल में नहीं जाएंगे बिकॉज then it will be another 2 hours about it. But when you take responsibility, universe listens to you. He gives you an answer. So this is the first part, you did it and you passed the test, so congratulations on that. So just अब जो हो गया उसको हम चेंज नहीं कर सकते, हमने अब से क्या करना है। मेडिटेशन करो, अपने आप को पावरफुल बनाओ, इंटेंशन स्ट्रॉन्ग करो, और मेडिटेशन मत छोड़ना, क्योंकि अगर आप मेडिटेशन और शुक्राना ये सारा कुछ है। सो आपको ऑलरेडी मेडिटेशन का दे दिया है, इसको नहीं छोड़ना, बिकॉज अगर आपका मेडिटेशन है ना, आप सब कुछ डील कर सकते हो। आपको मेरी जस्सी मैम किसी की जरूरत नहीं है, बिकॉज आपको आंसर्स खुद मिलेंगे, यूनिवर्स आपको खुद आंसर्स देगा। दिस इज द पावर ऑफ मेडिटेशन। थैंक यू। थैंक यू। हेलो। हेलो सर। हेलो। हाँ जी सर। हाँ जी, आवाज आ रही? हाँ जी सर, आ रही है। हेलो। हाँ हाँ जी जी, सर। हाँ जी सर, आ रही है आवाज, थोड़ा ऊंची बोल लो बस। थैंक यू। हेलो। हाँ जी बोलो जी, सुजीत जी बोलो। नो, आई कांट हियर द अदर साइड। हाँ जी सर बोलो, आवाज आ रही है? देयर इज सम प्रॉब्लम। हेलो। हाँ जी सर, आवाज आ रही, थोड़ी घट है अज ਤੁਹਾਡੀ आवाज, थोड़ा ਜਿਹਾ ਕੋਲ कर लो माइक। तब तक जीत सिंह जी ਨੂੰ ਲੈ ਲਓ, ਉਹਨਾਂ ਨੇ ਵੀ ਹੈਂਡ ਰੇਸ ਕੀਤਾ, ਜਦ ਤੱਕ ਉਹ ਆਪਣਾ ਚੈੱਕ ਕਰਦੇ ਨੇ। ਹਾਂਜੀ जीत सिंह जी, ਤੁਸੀਂ ਅਨਮਿਊਟ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। सत श्री अकाल। ਹਾਂਜੀ, ਹਰਲੀਨ ਜੀ ਸਤਿ ਸ਼੍ਰੀ ਅਕਾਲ, ਜਸੀਨਾ ਜੀ ਸਤਿ ਸ਼੍ਰੀ ਅਕਾਲ, ਜੀਤ ਸਿੰਘ ਜੀ ਅਤੇ ਹੋਰ ਜਿੰਨੇ ਵੀ ਪਾਰਟਿਸਪੈਂਟ, ਬਹੁਤ ਸਾਰਿਆਂ ਦਾ ਧੰਨਵਾਦ। ਤੇ ਬਹੁਤ ਚੰਗਾ ਲੱਗ ਰਿਹਾ ਜੀ, ਬਹੁਤ ਕੁਝ ਸਿੱਖ ਰਿਹਾ। ਅਤੇ ਅੱਜ ਤਾਂ ਬਸ ਕੁਐਸਚਨ ਤਾਂ ਕੋਈ ਨਹੀਂ ਕਰਨਾ, ਬਸ ਸ਼ੁਕਰਾਨਾ ਕਰਾਂਗੇ। बस क्वेश्चन होने नहीं चाहिए, है ही सिर्फ है ही शुक्राना। ਹੈ ਹੀ ਸ਼ੁਕਰਾਨਾ ਜੀ। तो आज तो शुक्राना करांगे। थैंक यू जी। थैंक यू। थैंक यू। हाँ जी, कैलाश आंटी जी अनम्यूट करो अपने आप। हाँ जी, सबनू सत श्री अकाल, शुक्राना और थैंक यू। आपने श्वास श्वास में भर दिया है सबने। थैंक यू आंटी, आप उसी कल कर दो ना। आपने जैसी मैम, जो मैम कराती है, सब लोग शुक्राना और थैंक यू। बात बात में रात को सोए सोए शुक्राना तेरा, शुक्राना तेरा, शुक्र है प्रभु तेरा, शुक्र है। श्वास श्वास में बेटे यही निकलता, सोए सोए। मैं बता रही थी। थैंक यू आंटी। दसी मैम को भी मैं जो सामने देखूं, बात करूं। थैंक यू जी, थैंक यू आंटी जी, थैंक यू। थैंक यू बेटा, थैंक यू। सब हाँ जी, लोग
शुक्रिया। आपको देखते हैं शांति आ जाती है, थैंक यू कभी जी, मिलते नहीं हो ना, उदास हो जाती है। थैंक यू जी, थैंक यू। हाँ जी संजू जी अनम्यूट करो। संजू नाम तो ਤੁਸੀਂ ज्वाइन ਕੀਤਾ ਨਾ। हाँ जी थैंक यू जी, कैलाश आंटी दा थैंक यू। और कैलाश आंटी दी ना शेयरिंग सुन के पता चल जाता है थैंक यू बेटा, ध्यान नाल थैंक सुनदे यू जी, थैंक यू बेटा, थैंक यू। संजू जी अनम्यूट करो। हाँ जी साਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। Actually I got some problem with my phone. I think suddenly mute ਹੋ ਗਿਆ ਸੀ ਤੇ then I took, because at the same time ਮੇਰੀ ਵਾਈਫ ਵੀ ਹੁੰਦੀ ਹੈ live, ਤੇ ਸਾਰਿਆਂ ਨੂੰ ਪਹਿਲੇ ਮੇਰਾ ਸਤਿ ਸ਼੍ਰੀ ਅਕਾਲ ਐਂਡ ਧੰਨਵਾਦ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਹੈ। ਤੇ ਅੱਜ ਦਾ ਟੌਪਿਕ ਵਾਸ ਅਗੇਨ ਯੂ ਨੋ ਮਾਈਂਡਸੈਟ ਐਂਡ about mind progress, mind control ਤੇ ਸ਼ੁਕਰਾਨਾ। So really enjoy this session, but definitely I would like to share my experience। एक experience मेरा मतलब जिस तरह mind progress, mind control and ਤੁਹਾਡਾ ਕੀ ਕਹਿੰਦੇ ਆ ਸ਼ੁਕਰਾਨਾ। ਸਰ ਤੁਸੀਂ ਮਿਊਟ, ਹਾਂਜੀ ਸਰ ਤੁਸੀਂ ਮਿਊਟ ਹੋ ਗਏ ਹੋ। ਹਾਂਜੀ ਸਰ। हाँ, so I would love to share my experience because this topic is very much related and concerned to my life। मेरी life ਦੇ ਨਾਲ ਇਹ topic ਬਹੁਤ concerned है। So because in Singapore I had a huge losses in my business, it was in millions। So what happened that I was away from Singapore for some reason to set up the other office in somewhere else। एक मिनट सुरजीत जी, थोड़ा पंजाबी या हिंदी च बोलोगे तो बाकियों ਨੂੰ ਵੀ ਸਮਝ ਆਏਗਾ। ਮੇਰੀ ਵੀ ਸੇਮ ਪ੍ਰੋਬਲਮ ਹੈ, I have to remind myself ਪੰਜਾਬੀ ਚ ਆਓ। I am really very sorry। मैं ਕੋਸ਼ਿਸ਼ ਪੂਰੀ ਮੇਰੀ ਰਹੇਗੀ ਕਿ ਮੈਂ ਪੰਜਾਬੀ ਚ ਹੀ ਦੱਸਾਂ। ਤੇ ਮੈਂ ਜਦੋਂ ਇਸ ਤਰ੍ਹਾਂ ਦਾ ਹੋਇਆ ਨਾ, ਤੇ ਮੈਂ ਐਕਚੁਅਲੀ ਆਫਿਸ ਜਾਣ ਤੋਂ ਪਹਿਲੇ ਗੁਰਦੁਆਰੇ ਜਾਂਦਾ, ਤੇ ਗੁਰਦੁਆਰੇ ਜਾ ਕੇ ਮੈਂ ਬਾਬਾ ਜੀ ਨੂੰ ਮੈਂ ਉੱਥੇ ਜਾ ਕੇ ਅਰਦਾਸ ਕਰਾਂ ਕਿਉਂ ਹੋਇਆ, ਕੀ ਗੱਲ ਹੋ ਗਈ, ਠੀਕ ਹੈ। ਤੇ ਉਹੀ ਹੈ ਕਿ ਗਿਵ ਐਂਡ ਟੇਕ ਵਾਲੀ ਕਹਾਣੀ ਸ਼ੁਰੂ ਹੋ ਗਈ। ਬਟ ਆਫਟਰ ਸਮ ਟਾਈਮ, ਥੋੜੀ ਦੇਰ ਦੇ ਬਾਅਦ ਮੈਨੂੰ ਮੇਰੇ ਚ ਆਪ ਹੀ ਚੇਂਜ ਆਈ। ਉਸ ਵਕਤ ਮੈਂ ਮੈਡੀਟੇਸ਼ਨ ਚ ਨਹੀਂ ਸੀ। ਇਹ ਮੈਡੀਟੇਸ਼ਨ ਚ ਮੈਂ ਆਈ ਥਿੰਕ ਆਈ ਵਿਲ ਅਗੇਨ, ਬਿਕਾਜ਼ ਮੇਰੀ ਵਾਈਫ ਦੀ ਵਜ੍ਹਾ ਦੇ ਨਾਲ ਉਹਨੂੰ ਦੇਖਿਆ ਕੁਛ ਕਰਦੀ ਪਈ ਹੈ, ਤੇ ਮੈਨੂੰ ਲੱਗਿਆ ਕੁਛ ਤੇ ਹੈ ਜਿਹੜਾ ਚੰਗਾ ਹੈ, ਠੀਕ ਹੈ। ਦੈਨ ਆਇਆ so she is just sitting beside me। ਤੇ ਜਿਸ ਵਕਤ ਮੈਂ ਗੁਰਦੁਆਰੇ ਜਾ ਕੇ, ਫਿਰ ਮੈਂ ਗੁਰਦੁਆਰੇ ਜਾ ਕੇ ਸਿਰਫ ਬਾਬਾ ਜੀ ਨੂੰ ਇਹ ਕਹਿੰਦਾ ਸੀ, ਸ਼ੁਕਰ ਹੈ ਬਾਬਾ ਜੀ ਕਿ ਮੈਨੂੰ ਹਿੰਮਤ ਦਿੱਤੀ ਹੈ ਤੇਰੇ ਦਰ ਤੱਕ ਆਉਣ ਦੀ। ਹਾਂਜੀ ਬਿਲਕੁਲ, ਬਸ ਉਹ ਸ਼ੁਕਰਾਨਾ ਮੈਂ ਡੇਲੀ ਉੱਥੇ ਕਰਦਾ ਸੀ, ਹੋਰ ਕੋਈ ਚੀਜ਼ ਨਹੀਂ ਮੰਗੀ। ਐ ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਆਪ ਸਟਾਰਟ ਹੋਣੀਆਂ, ਇੰਪਰੂਵ ਹੋਣੀਆਂ ਸ਼ੁਰੂ ਹੋ ਗਈਆਂ। ਐਂਡ ਆਈ ਥਿੰਕ ਇਟਸ ਉਹਦੇ ਬਾਅਦ ਇਵਨ ਕੋਵਿਡ ਵੀ ਆਇਆ, ਬਟ ਆਈ ਮਤਲਬ ਮੇਰੇ ਬਿਜ਼ਨਸ ਦੇ ਵਿੱਚ ਹੋਰ ਕੋਵਿਡ ਦੇ ਵਿੱਚ ਜ਼ਿਆਦਾ ਗਰੋਥ ਹੋਈ। ਤੇ ਉਹ ਹੈ ਕਿ ਉਹ ਸਿਰਫ ਇੱਕ ਜਿਹੜਾ ਨੁਕਤਾ ਕਹਿੰਦੇ ਆ ਨਾ, ਜਿਹੜਾ ਇੱਕ ਕੀ ਹੈ, ਉਹ ਹੈ ਕਿ ਤੁਸੀਂ ਗੁਰਦੁਆਰੇ ਜਦੋਂ ਤੁਸੀਂ ਦਿਲ ਤੋਂ ਜਾ ਕੇ ਉਹਦਾ ਸ਼ੁਕਰਾਨਾ ਕਰਦੇ ਹੋ ਕਿ ਇੰਨਾ ਹੀ ਸ਼ੁਕਰਾਨਾ ਕਿ ਐਟਲੀਸਟ ਮੈਨੂੰ ਹਿੰਮਤ ਦਿੱਤੀ ਹੈ, ਮੈਂ ਤੇਰੇ ਦਰ ਤੇ ਆ ਕੇ ਮੱਥਾ ਟੇਕ। ਤੇ ਉਹਦੇ ਚ ਬਹੁਤ ਪਾਵਰ ਹੈ। ਐਂਡ ਦਿਸ ਮਾਈਂਡ ਸੈਟ, ਇਹ ਜਿਹੜਾ ਮਾਈਂਡ ਹੈ ਨਾ, ਜਿਹਨੇ ਮਾਈਂਡ ਨੂੰ ਕੰਟਰੋਲ ਕਰ ਲਿਆ, ਉਹਨੇ ਦੁਨੀਆ ਨੂੰ ਕੰਟਰੋਲ ਕਰ ਲਿਆ। ਮਾਈਂਡ ਚ ਹੈ ਮੈਨੂੰ ਇਹ ਚਾਹੀਦਾ, ਮੈਨੂੰ ਕੁਛ ਨਹੀਂ ਚਾਹੀਦਾ। ਸੋ ਮਾਈਂਡ ਇਜ਼ ਅ ਬਿਗੇਸਟ ਗੇਮ। ਤੇ ਮੈਂ ਇਹੀ ਕਹਾਂਗਾ ਸਾਰਿਆਂ ਨੂੰ, ਇਹ ਕਹਾਂਗਾ ਕਿ ਮੈਡੀਟੇਸ਼ਨ ਵੀ ਹੈ, ਵੀ ਮਾਈਂਡ ਗੇਮ ਹੈ। ਤੁਸੀਂ ਆਪਦੇ ਮਾਈਂਡ ਨੂੰ ਕਹਿਣਾ ਕਿ ਮੈਂ ਮੈਡੀਟੇਸ਼ਨ ਦੇ ਵਿੱਚ ਆਣਾ ਹੈ, ਮੈਂ ਧਿਆਨ ਦੇ ਵਿੱਚ ਆਣਾ ਹੈ। ਉਹ ਧਿਆਨ ਦੇ ਬਾਅਦ ਜਿਹੜਾ ਟੌਪਿਕ ਹੁੰਦਾ ਹੈ ਗਿਆਨ ਵਾਲਾ, ਇਹ ਬਹੁਤ ਇੰਪੋਰਟੈਂਟ ਹੈ। ਇਹ ਤੁਹਾਨੂੰ 15 ਮਿੰਟ ਦਾ ਟੌਪਿਕ, ਇਹ ਤੁਹਾਨੂੰ ਆਈ ਥਿੰਕ 15 ਮਹੀਨੇ ਦੀ ਸਾਧਨਾ ਦਾ ਤੁਹਾਨੂੰ ਫਲ ਦਿੰਦਾ। ਤੇ ਕੀਪ ਇਟ ਅਪ, ਬਹੁਤ ਅੱਛਾ ਟੌਪਿਕ ਹੈ। ਤੇ ਸਾਰਿਆਂ ਨੂੰ ਅੱਗੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਕੱਲ ਹਰਲੀਨ ਜੀ ਦਾ ਫਾਈਨਲ ਸੈਸ਼ਨ ਹੈ, ਕੱਲ 4th ਹੈ। ਕੱਲ 4th ਹੈ, ਹਾਂ। ਫਿਰ ਅਸੀਂ ਉਹਦੇ ਬਾਅਦ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਗਿਫਟ ਲੈ ਕੇ ਆਵਾਂਗੇ ਤੁਹਾਡੇ ਸਾਰਿਆਂ ਲਈ। ਸੋ ਵੇਟ ਕਰੋ ਉਸ ਗਿਫਟ ਦਾ। ਔਰ
ਬਸ ਇਸ ਤਰ੍ਹਾਂ ਹੀ ਚੱਲਦੇ ਰਹੋ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਮੇਂ ਹੋ ਚੁੱਕਿਆ। ਹਰਲੀਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਪਿਟਾਰੇ ਵਿੱਚੋਂ ਕੱਲ ਅਸੀਂ ਨਵਾਂ ਕੋਈ ਮੋਤੀ ਚੁਣਾਂਗੇ, ਨਵਾਂ ਕੋਈ ਹੀਰਾ ਤੁਸੀਂ ਲੈ ਕੇ ਆਓਗੇ, ਸਾਨੂੰ ਸਾਰਿਆਂ ਨਾਲ ਸ਼ੇਅਰ ਕਰੋਗੇ। ਸੋ ਸਾਰਿਆਂ ਦਾ ਬਹੁਤ ਬਹੁਤ ਸੁਨੀਤਾ। ਜਸੀ ਮੈਮ ਇੱਕ ਸੁਨੀਤਾ ਜੀ ਦਾ ਹੈਂਡ ਰੇਜ਼ ਉਹਨਾਂ ਨੂੰ ਪੁੱਛੋ। ਹਾਂਜੀ ਹਾਂਜੀ नमस्कार मैम। नंबर नमस्कार हरलीन मैम। मैं अभी 15-20 मिनट पहले ही मैंने ज्वाइन किया है और ना ज्वाइन करती तो शायद बहुत कुछ मिस कर जाती। बहुत कुछ सीखने को मिला है। थैंक यू थैंक यू थैंक यू सो मच। थैंक यू मैम, थैंक यू मैम। अच्छी आपने चीज समझाई आज। लाइफ में मतलब शुक्राने का भाव अगर होगा तभी हमें कुछ मिल पाएगा। जब हम किसी चीज का शुक्र ही नहीं करेंगे तो हमें आगे क्या देगा भगवान। तो ये बहुत अच्छी चीज सीखी आज, बहुत अच्छा लगा। और ना ये सेशन अटेंड करती तो शायद आज बहुत कुछ मिस हो जाता। थैंक यू सो मच। थैंक यू मैम। हरलीन जी जैसी मैम मैं भी दिखा था मेरा ग्रेटिट्यूड। See, these are already ahead है। ਇੱਕ ਇਹ ਚੀਜ਼ ਹੈ ਤੇ ਇੱਕ ਮੈਂ ਜਦੋਂ ਵੀ ਕੋਈ ਸਟਾਰਟ ਕਰਦਾ ਤੇ ਬਾਬਾ ਜੀ ਦਾ ਨਾਮ ਲਿਖ ਕੇ ਸਟਾਰਟ ਕਰ। सब ਅਸੀਂ ਸਾਰੇ ਸਭ ਕੋਲ ਸਭ ਕੁਝ ਹੈ, ਬਸ ਅਸੀਂ ਉਹਨੂੰ ਰਿਮਾਈਂਡ ਕਰਕੇ ਅਸੀਂ ਅਵੇਅਰਨੈਸ ਤੇ ਆਉਣਾ ਹੈ। ਦੇਖੋ ਜੇ ਸਾਰੇ ਕਰੋਗੇ, ਜਿਸ ਦਾ ਟੀਪੀ ਸਰ ਦੀ ਇੱਕ ਹਮੇਸ਼ਾ ਸਮਾਈਲ ਰਹਿੰਦੀ ਹੈ, ਐਵਰੀਬਾਡੀ ਵਿਲ ਸਮਾਈਲ ਲਾਈਕ ਹਿਮ। ਸੋ ਪਲੀਜ਼ ਜ਼ਰੂਰ ਕਰੋ। ਜੇ ਤੁਸੀਂ ਟੀਪੀ ਸਰ ਦੀ ਦੇਖੋ ਸਵੇਰੇ ਉੱਠਦੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਸਮਾਈਲ ਦੇਖ ਕੇ ਨਾ ਦਿਲ ਬਿਲਕੁਲ ਚੇਂਜ ਹੋ ਜਾਂਦਾ ਹੈ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬੈਨੀਫਿਟ ਆਫ ਗ੍ਰੈਟੀਟਿਊਡ ਬੇਸਿਕਲੀ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ ਜਸੀ ਮੈਮ, ਥੈਂਕ ਯੂ ਅਲੀਨ ਜੀ। ਸਾਰੇ ਪਾਰਟਿਸਪੈਂਟਸ ਦਾ ਵੀ ਬਹੁਤ ਬਹੁਤ ਧੰਨਵਾਦ। ਕੱਲ ਫਿਰ ਮਿਲਦੇ ਹਾਂ ਨਵੇਂ ਆਪਣੇ ਸਬਜੈਕਟ ਨਾਲ ਹਰਲੀਨ ਜੀ ਨਾਲ। ਥੈਂਕ ਯੂ ਵੈਰੀ ਮਚ। ਧਿਆਨ ਕਰਦੇ ਰਹੋ, ਧਿਆਨ ਸਿਖਾਉਂਦੇ ਰਹੋ। ਥੈਂਕ ਯੂ। ਥੈਂਕ ਯੂ।